रब दियां जो हन चहेतियां सब दियां जिन्ना दी सोहनी किरत ते करिए फकर जिन्ना दी सोहनी किरत ते करिए फकर कलम दा सफर कलम दा सफर कलम दा सफर कलम दा सफर ए है कलम दा सफर ए है कलम दा सफर। ਡਾਕਟਰ ਦਰਸ਼ਨ ਸਿੰਘ ਆਸ਼ਟ ਦਾ ਜਨਮ ਮਾਤਾ ਸ਼੍ਰੀਮਤੀ ਸੁਰਜੀਤ ਕੌਰ ਅਤੇ ਪਿਤਾ ਸਰਦਾਰ ਬਲਵੰਤ ਸਿੰਘ ਆਸ਼ਟ ਦੇ ਘਰ 15 ਦਸੰਬਰ 1965 ਨੂੰ ਪਾਤੜਾ ਤਹਿਸੀਲ ਦੇ ਪਿੰਡ ਬਰਾਸ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ। ਦੋਸਤੋ, ਕਲਮ ਦੇ ਸਫ਼ਰ ਅਧੀਨ ਅੱਜ ਮੈਂ ਜਿਸ ਸਾਹਿਤਕਾਰ ਨੂੰ ਆਪ ਜੀ ਦੇ ਰੂਬਰੂ ਕਰ ਰਿਹਾ, ਉਹਨਾਂ ਨੇ ਇੱਕ ਖਾਸ ਉਮਰ ਵਰਗ ਲਈ ਆਪਣੀ ਸਾਹਿਤ ਦੀ ਰਚਨਾ ਕੀਤੀ ਹੈ। ਉਸ ਉਮਰ ਵਰਗ ਲਈ ਜੋ ਇੱਕ ਕੋਰੀ ਸਲੇਟ ਵਾਂਗ ਹੈ ਅਤੇ ਜਿਸ 'ਤੇ ਕੁਛ ਵੀ ਉਕਰਿਆ ਜਾ ਸਕਦਾ ਹੈ। ਮੇਰੀ ਮੁਰਾਦ ਹੈ ਬਾਲ ਸਾਹਿਤ ਦੇ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ ਜੀ ਤੋਂ। ਸੋ ਦੋਸਤੋ, ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਆਏ ਹੋਏ ਹਾਂ। ਸੋ ਆਓ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਔਰ ਹੁਣ ਤੱਕ ਦੇ ਰਚੇ ਸਾਹਿਤ ਸੰਸਾਰ ਬਾਰੇ ਉਹਨਾਂ ਨਾਲ ਗੱਲਾਂ ਕਰੀਏ। ਆਸ਼ਟ ਸਾਹਿਬ ਜੀ, ਤੁਸੀਂ ਬਾਲ ਸਾਹਿਤ ਦੀ ਸਿਰਜਣਾ ਕੀਤੀ ਹੈ ਜੀ। ਇਸ ਬਾਲ ਸਾਹਿਤ ਦੇ ਵਿੱਚੋਂ ਹੀ ਮੈਂ ਗੱਲ ਸ਼ੁਰੂ ਕਰਨੀ ਚਾਹਾਂਗਾ ਕਿ ਤੁਸੀਂ ਆਪਣੀ ਪਰਿਵਾਰਕ ਪਿੱਠਭੂਮੀ ਅਤੇ ਆਪਣੇ ਬਚਪਨ ਬਾਰੇ ਸਾਨੂੰ ਦੱਸੋ ਜੀ। ਘੋਲੀਏ ਜੀ, ਇਸ ਤਰ੍ਹਾਂ ਹੈ ਕਿ ਮੈਂ ਪਿੰਡ ਦਾ ਰਹਿਣ ਵਾਲਾ ਹਾਂ ਜੀ। ਜਿੱਥੋਂ ਤੱਕ ਮੇਰੇ ਪਰਿਵਾਰਕ ਪਿਛੋਕੜ ਦਾ ਸੰਬੰਧ ਹੈ ਜੀ, ਮੇਰੇ ਪਿਤਾ ਜੀ ਗਹਿਣੇ ਬਣਾਉਣ ਦਾ ਕੰਮ ਕਰਦੇ ਸਨ। ਸਰਦਾਰ ਬਲਵੰਤ ਸਿੰਘ ਆਸ਼ਟ ਉਹਨਾਂ ਦਾ ਨਾਮ ਸੀ ਜੀ। ਮੇਰੇ ਮਾਤਾ ਜੀ ਦਾ ਨਾਮ ਸੁਰਜੀਤ ਕੌਰ ਜੀ ਹੈ ਜੀ। ਅਸੀਂ ਕਿਉਂਕਿ ਮੇਰੇ ਫਾਦਰ ਸਾਹਿਬ ਪਹਿਲਾਂ ਖੇਤੀ ਦਾ ਕੰਮ ਕਰਦੇ ਸੀ, ਜੀ। ਉਸ ਤੋਂ ਬਾਅਦ ਫਿਰ ਉਹ ਗਹਿਣੇ ਬਣਾਉਣ ਦੇ ਕਿੱਤੇ ਵੱਲ ਆਏ, ਜੀ। ਜਿਹੜਾ ਕਿ ਸਾਡਾ ਜੱਦੀ ਪੇਸ਼ੀ ਕਿੱਤਾ ਹੈ। ਜੀ। ਅਤੇ ਮੈਂ ਜਿਹੜਾ ਮੇਰਾ ਪਿੰਡ ਹੈ ਬਰਾਸ, ਜੀ। ਉਹ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਮਾਣਾ ਪਾਤੜਾ ਰੋਡ 'ਤੇ ਇੱਕ ਕਸਬਾ ਆਉਂਦਾ ਹੈ ਘੱਗਾ, ਜੀ। ਬੜਾ ਮਸ਼ਹੂਰ ਹੈ, ਮੰਡੀ ਹੈ। ਉੱਥੋਂ ਤਕਰੀਬਨ 3 ਕੁ ਕਿਲੋਮੀਟਰ 'ਤੇ ਪਿੰਡ ਬਰਾਸ ਪੈਂਦਾ ਹੈ। ਜੀ। ਉਹ ਮੇਰਾ ਪਿੰਡ ਹੈ। ਆਪਣੇ ਹੀ ਉਸ ਪਿੰਡ ਦੇ ਵਿੱਚੋਂ ਮੈਂ ਪ੍ਰਾਇਮਰੀ ਪਾਸ ਕੀਤੀ ਜੀ। ਅਤੇ ਉੱਥੇ ਹੀ ਮੈਂ ਆਪਣਾ ਜਿਹੜਾ ਬਚਪਨ ਹੈ ਮੇਰਾ, ਉਹ ਉਸ ਪਿੰਡ ਦੇ ਵਿੱਚ ਗੁਜ਼ਰਿਆ। ਡਾਕਟਰ ਦਰਸ਼ਨ ਸਿੰਘ ਆਸ਼ਟ ਦੇ ਦਿਨ ਦੀ ਸ਼ੁਰੂਆਤ ਸਾਈਕਲਿੰਗ, ਅਤੇ ਆਪਣੀ ਜੀਵਨ ਸਾਥਣ ਦੀ ਸੰਗਤ ਵਿੱਚ ਐਕਸਰਸਾਈਜ਼ ਅਤੇ ਲੰਬੀ ਸੈਰ ਨਾਲ ਹੁੰਦੀ ਹੈ। ਡਾਕਟਰ ਆਸ਼ਟ ਦੇ ਪੜ੍ਹਨ ਅਤੇ ਲਿਖਣ ਦਾ ਕੰਮ ਸਵੇਰੇ ਡਿਊਟੀ ਜਾਣ ਤੱਕ ਚੱਲਦਾ ਰਹਿੰਦਾ ਹੈ ਤੇ ਡਿਊਟੀ ਤੋਂ ਬਾਅਦ ਫਿਰ ਦੇਰ ਰਾਤ ਤੱਕ ਉਹ ਹਮੇਸ਼ਾ ਸਿਰਜਣਾ ਵਿੱਚ ਜੁਟਿਆ ਰਹਿੰਦਾ ਹੈ। ਅਤੇ ਉਹ ਬਚਪਨ ਦੀਆਂ ਜਿਹੜੀਆਂ ਯਾਦਾਂ ਨੇ, ਉਹ ਬਚਪਨ ਦੀਆਂ ਜਿਹੜੀਆਂ ਮਿੱਠੀਆਂ, ਮੈਂ ਸਮਝਦਾ ਇਸ ਤਰ੍ਹਾਂ ਦੀ ਜਿਹੜੀ ਪੂੰਜੀ ਹੈ, ਉਸ ਨੂੰ ਅਸੀਂ ਕਦੇ ਭੁਲਾ ਨਹੀਂ ਸਕਦੇ। ਔਰ ਬਚਪਨ ਜਿਹਦੇ ਬਾਰੇ ਬੜੇ ਬੜੇ ਵਿਦਵਾਨਾਂ ਨੇ, ਬੜੇ ਬੜੇ ਦਾਨਸ਼ਵਰਾਂ ਨੇ ਬਚਪਨ ਨੂੰ ਹਮੇਸ਼ਾ ਯਾਦ ਕੀਤਾ ਹੈ। ਕਿਸੇ ਵੀ ਤੁਸੀਂ ਵੱਡੇ ਸ਼ਹਿਰ ਦੀ ਗੱਲ ਕਰੋ,
ਕਿਸੇ ਵੀ ਵੱਡੇ ਵਿਦਵਾਨ ਦੀ ਗੱਲ ਕਰੋ, ਉਹ ਭਾਵੇਂ ਬੁਢਾਪੇ ਦੇ ਵਿੱਚ ਵੀ ਚਲਾ ਜਾਂਦਾ ਹੈ, ਲੇਕਿਨ ਬਾਰ-ਬਾਰ ਉਹ ਆਪਣੇ ਬਚਪਨ ਨੂੰ ਯਾਦ ਕਰਕੇ ਇੱਕ ਬੜਾ ਮਤਲਬ ਖੁਸ਼ੀ ਦੇ ਅਹਿਸਾਸ ਨਾਲ, ਬੜੇ ਉਤਸ਼ਾਹ ਦੇ ਅਹਿਸਾਸ ਨਾਲ ਭਰ ਜਾਂਦਾ ਹੈ। ਕਿਉਂਕਿ ਜਿਹੜਾ ਬਚਪਨ ਹੈ ਨਾ, ਉਹ ਰੰਗ ਰੰਗੀਲਾ ਬਚਪਨ ਹੈ। ਔਰ ਬਚਪਨ ਦੀਆਂ ਜਿਹੜੀਆਂ ਸਿਫਤਾਂ ਨੇ, ਉਹ ਭਾਵੇਂ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਗੱਲਾਂ ਕਰੀਏ, ਉਹ ਵੀ ਆਪਣੇ ਬਚਪਨ ਦੇ ਵਿੱਚ ਹੈ ਜਿਹੜੀ ਛੱਤੋ ਦੀ ਬੇਰੀ ਦੇ ਜ਼ਰੀਏ ਆਪਣਾ ਬਚਪਨ ਯਾਦ ਕਰਦਾ ਹੈ। ਭਾਵੇਂ ਅਸੀਂ ਲਿਓ ਟੋਲਸਟਾਏ ਦੀ ਗੱਲ ਕਰੀਏ, ਉਹ ਵੀ ਆਪਣੇ ਬਚਪਨ ਦੀਆਂ ਗੱਲਾਂ ਕਰਦੀਆਂ ਨੇ। ਅਤੇ ਭਾਵੇਂ ਕਿਸੇ ਵੀ ਅਸੀਂ ਹੋਰ ਮਕਬੂਲ ਸ਼ਾਇਰ ਹੈ ਜਿਹੜਾ, ਉਹਦੀ ਗੱਲ ਕਰੀਏ, ਹਰ ਇੱਕ ਨੇ ਬਚਪਨ ਨੂੰ ਆਪੋ ਆਪਣੇ ਤਰੀਕੇ ਨਾਲ ਆਪਣਾ ਜਿਹੜਾ ਬਚਪਨ ਹੈ ਉਹ ਯਾਦ ਕੀਤਾ ਹੈ। ਅਤੇ ਮੇਰਾ ਬਚਪਨ ਵੀ ਹੈ ਜਿਹੜਾ ਘੋਲੀਆ ਜੀ, ਉਹ ਪਿੰਡ ਦੇ ਵਿੱਚੋਂ ਗੁਜ਼ਰਿਆ। ਅੱਜ ਵੀ ਮੈਨੂੰ ਮੇਰੇ ਜਿਹੜੇ ਬਚਪਨ ਦੇ ਸਾਰੇ ਦੋਸਤ ਮਿੱਤਰ ਨੇ ਉਹ ਯਾਦ ਨੇ। ਔਰ ਜਦੋਂ ਵੀ, ਹਾਲਾਂਕਿ ਮੈਂ ਪਟਿਆਲੇ ਰਹਿੰਦੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਮੈਨੂੰ ਕੰਮ ਕਰਦਿਆਂ ਤਕਰੀਬਨ 28 ਸਾਲ ਹੋ ਗਏ ਨੇ, ਲੇਕਿਨ ਮੈਂ ਪਿੰਡ ਜਦੋਂ ਜਾਂਦਾ ਹਾਂ ਤਾਂ ਬਚਪਨ ਦੇ ਜਿਹੜੇ ਮੇਰੇ ਮਿੱਤਰ ਨੇ ਉਹਨਾਂ ਨੂੰ ਮੈਂ ਜ਼ਰੂਰ ਮਿਲਦਾ ਹਾਂ, ਕਿਉਂਕਿ ਉਹਨਾਂ ਨੂੰ ਮਿਲ ਕੇ ਮੈਨੂੰ ਇੱਕ ਬੜਾ ਸਕੂਨ ਮਿਲਦਾ ਹੈ। ਸਾਹਿਤਕਾਰ ਬੱਚਿਆਂ ਲਈ ਲਿਖਦਾ ਹੈ, ਉਹ ਇੱਕ ਨਵ ਪੁੰਗਰ ਦੀ ਸਾਹਿਤਕਾਰਾਂ ਦੀ ਪਨੀਰੀ ਨੂੰ ਹੌਸਲਾ ਅਫਜ਼ਾਈ ਕਰ ਰਿਹਾ ਹੁੰਦਾ ਹੈ, ਉਹਨਾਂ ਨੂੰ ਪ੍ਰੇਰਨਾ ਦੇ ਰਿਹਾ ਹੁੰਦਾ ਹੈ। ਸਾਹਿਤ ਦੇ ਵਿੱਚ ਬਾਲ ਸਾਹਿਤ ਲਿਖਣਾ ਜਿੱਥੇ ਬਹੁਤ ਵੱਡੀ ਜ਼ਿੰਮੇਵਾਰੀ ਦੀ ਗੱਲ ਆ, ਉੱਥੇ ਇਹ ਇੱਕ ਬਹੁਤ ਅਹਿਮ ਕਾਰਜ ਵੀ ਹੈ। ਡਾਕਟਰ ਦਰਸ਼ਨ ਸਿੰਘ ਆਸਟ ਦੇਸ਼ ਪ੍ਰਦੇਸ਼ ਦੇ ਵਿੱਚ ਜਾਣਿਆ ਪਛਾਣਿਆ ਬਾਲ ਸਾਹਿਤਕਾਰ ਹੈ, ਔਰ ਉਹਨਾਂ ਨੂੰ ਸਾਡੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਹੀ ਸਨਮਾਨਿਤ ਨਹੀਂ ਕੀਤਾ ਗਿਆ। ਸਾਡੀ ਸਾਹਿਤਕ ਅਕੈਡਮੀ ਨਵੀਂ ਦਿੱਲੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੀਆਂ ਪੁਸਤਕਾਂ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਗਿਆ, ਔਰ ਉਹਨਾਂ ਉੱਤੇ ਵੱਖ-ਵੱਖ ਕਾਰਜ ਵੀ ਹੋ ਰਹੇ ਨੇ। ਔਰ ਇਹ ਵੀ ਇੰਨਾ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਜਿਹੜੀ ਆਪਣੀ PhD ਦਾ ਸ਼ੋਧ ਪ੍ਰਬੰਧ ਹੈ, ਖੋਜ ਹੈ, ਉਸ ਦਾ ਵਿਸ਼ਾ ਵੀ ਬਾਲ ਸਾਹਿਤ ਹੀ ਚੁਣਿਆ ਸੀ। ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਜ਼ਿਲ੍ਹਿਆਂ ਦੇ ਵਿੱਚ ਪੁਸਤਕ ਪ੍ਰਦਰਸ਼ਨੀਆਂ ਲਾਈ ਦੀਆਂ ਹਨ, ਔਰ ਉਹਨਾਂ ਦੀਆਂ ਪੁਸਤਕਾਂ ਚੰਗੀਆਂ ਆਦਤਾਂ ਅਤੇ ਜਿੱਥੇ ਜਾ ਉੱਥੇ ਰਾਹ ਪਾਠਕਾਂ ਵੱਲੋਂ ਹੋਰਨਾਂ ਕਿਤਾਬਾਂ ਦੇ ਨਾਲ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧ ਦੇ ਵਿੱਚ ਜਿਹੜੀ ਉਹਨਾਂ ਬਾਰੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਜਾ ਰਹੀ ਹੈ, ਇਹ ਵੀ ਇੱਕ ਸਾਹਿਤ ਦੀ ਬਹੁਤ ਵੱਡੀ ਸੇਵਾ ਹੈ, ਜਿਸ ਦਾ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਲੋਕ ਮਾਣ ਕਰਨਗੇ। ਡਾਕਟਰ ਦਰਸ਼ਨ ਸਿੰਘ ਆਸਟ ਦਾ ਬਾਲ ਸਾਹਿਤ ਵੱਲ ਆਉਣ ਦਾ ਸਬੱਬ ਮਾਂ ਦੁਆਰਾ ਸੁਣਾਈਆਂ ਗਈਆਂ ਬਾਤਾਂ ਤੇ ਕਹਾਣੀਆਂ ਅਤੇ ਵੱਡੇ ਭਰਾ ਦੁਆਰਾ ਘਰ ਲਿਆਂਦੇ ਬਾਲ ਮੈਗਜ਼ੀਨ ਤੇ ਸਕੂਲ ਲਾਇਬ੍ਰੇਰੀ ਵਿੱਚ ਪਏ ਪੰਜਾਬੀ ਅਤੇ ਰੂਸੀ ਸਾਹਿਤ ਦਾ ਅਨੁਵਾਦ ਹੋਇਆ ਸਾਹਿਤ ਰਿਹਾ ਹੈ। ਆਸ਼ਟ ਜੀ, ਤੁਸੀਂ ਬਾਲ ਸਾਹਿਤ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ। ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਬਾਲ ਸਾਹਿਤ ਵੱਲ ਹੀ ਕਿਉਂ ਆਏ? ਬਾਲ ਸਾਹਿਤ ਵੱਲ ਆਉਣ ਦਾ ਮੇਰਾ ਬੁਨਿਆਦੀ ਕਾਰਨ ਇਹ ਸੀ ਕਿ ਇੱਕ ਤਾਂ ਜਦੋਂ ਮੈਂ ਬਹੁਤ ਛੋਟਾ ਸੀ ਜੀ, ਮੇਰੇ ਮਾਤਾ ਸੁਰਜੀਤ ਕੌਰ ਜੀ ਕੋਲੋਂ ਮੈਂ ਬਚਪਨ ਵਿੱਚ ਬੜੀਆਂ ਕਹਾਣੀਆਂ ਸੁਣੀਆਂ ਜੀ। ਔਰ ਜਦੋਂ ਮੈਂ ਥੋੜ੍ਹੀ ਜਿਹੀ ਹੋਰ ਸੋਝੀ ਸੰਭਾਲੀ, ਮੈਂ ਆਪਣੇ ਪਿੰਡ ਬਰਾਸ ਦੇ ਪ੍ਰਾਇਮਰੀ ਸਕੂਲ ਤੋਂ ਬਾਅਦ ਫਿਰ ਮੈਂ ਸਰਕਾਰੀ ਹਾਈ ਸਕੂਲ ਘੱਗਾ ਵਿਖੇ 6ਵੀਂ ਕਲਾਸ ਦੇ ਵਿੱਚ ਮੈਂ ਦਾਖਲ ਹੋਇਆ ਜੀ। ਔਰ ਉਸ ਤੋਂ ਪਹਿਲਾਂ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਭੁਪਿੰਦਰ ਸਿੰਘ ਆਸਟ, ਉਹ ਸਾਡੇ ਪਿੰਡ ਬਰਾਸ ਤੋਂ ਘੱਗੇ ਪੜ੍ਹਨ ਜਾਂਦੇ ਸੀ ਸਕੂਲ ਦੇ ਵਿੱਚ ਜੀ। ਔਰ ਉਹ ਆਉਂਦੇ ਹੋਏ ਬੱਚਿਆਂ ਦੇ ਕੁਝ ਮੈਗਜ਼ੀਨ ਹੁੰਦੇ ਸੀ, ਬੱਚਿਆਂ ਲਈ ਕੁਝ ਚੰਗੀਆਂ ਕਿਤਾਬਾਂ ਹੁੰਦੀਆਂ ਸੀ, ਉਹ ਲੈ ਕੇ ਆਉਂਦੇ ਸੀ। ਔਰ ਬੜੀਆਂ ਸਵਾਦਲੀਆਂ, ਬੜੀਆਂ ਮਨਮੋਹਕ ਕਿਤਾਬਾਂ ਸੀ। ਉਹਨਾਂ ਕਿਤਾਬਾਂ ਨੂੰ ਪੜ੍ਹਦਿਆਂ ਮੇਰੇ ਮਨ ਦੇ ਵਿੱਚ ਵੀ ਸਾਹਿਤ ਨਾਲ ਜਿਹੜੀ ਜੁੜਨ ਦੀ ਚੇਟਕ ਸੀਗੀ ਉਹ ਪੈਦਾ ਹੋਈ। ਔਰ ਉਸ ਤੋਂ ਬਾਅਦ ਜਦੋਂ ਮੈਂ ਖੁਦ ਸਰਕਾਰੀ ਹਾਈ ਸਕੂਲ ਘੱਗੇ ਦਾਖਲ ਹੋਇਆ 6ਵੀਂ ਕਲਾਸ 'ਚ, ਤਾਂ ਉੱਥੋਂ ਦੀ ਜਿਹੜੀ ਲਾਇਬ੍ਰੇਰੀ ਸੀ, ਉਹ ਮੈਂ ਸਮਝਦਾ ਹਾਂ ਕਿ ਬਾਲ ਸਾਹਿਤ ਦਾ ਇੱਕ ਬੜਾ ਵਡਮੁੱਲਾ ਭੰਡਾਰ ਸੀ। ਉਸ ਲਾਇਬ੍ਰੇਰੀ ਦੇ ਵਿੱਚੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦਾ, ਗਿਆਨੀ ਲਾਲ ਸਿੰਘ ਗੁਜਰਾਵਾਲੀਆ, ਗਿਆਨੀ ਧਰਮਵੰਤ ਸਿੰਘ ਸੀਤਲ ਹੋਰਾਂ ਦਾ, ਅਜਾਇਬ ਚਿੱਤਰਕਾਰ ਹੋਰਾਂ ਦਾ ਬਹੁਤ ਬਾਲ ਸਾਹਿਤ ਉਹਦੇ ਵਿੱਚ ਪਿਆ ਸੀ ਜੀ। ਇਸ ਤੋਂ ਇਲਾਵਾ ਜਿਹੜਾ ਰੂਸੀ ਬਾਲ ਸਾਹਿਤ ਸੀ, ਉਹ ਜਦੋਂ ਪੰਜਾਬੀ ਵਿੱਚ ਤਰਜਮਾ ਹੋ ਕੇ ਉਹ ਸਾਡੇ ਸਕੂਲ ਦੇ ਵਿੱਚ ਆਉਂਦਾ ਸੀ ਜੀ। ਸੋ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਮੇਰੇ ਮਨ ਦੇ ਵਿੱਚੋਂ ਵੀ ਇਹ ਚਿੱਠਕ ਪੈਦਾ ਹੋਈ ਕਿ ਮੈਂ ਵੀ ਬੱਚਿਆਂ ਵਾਸਤੇ ਕੁਛ ਨਾ ਕੁਛ ਜ਼ਰੂਰ ਲਿਖਾਂ। ਅਤੇ ਉਸ ਵੇਲੇ ਫਿਰ ਮੈਂ 8ਵੀਂ ਕਲਾਸ ਦੇ ਵਿੱਚ ਸੀ
ਜਦੋਂ ਮੈਂ ਬੱਚਿਆਂ ਲਈ ਆਪਣੀਆਂ ਪਹਿਲੀਆਂ ਕਵਿਤਾਵਾਂ ਲਿਖੀਆਂ। ਉਸ ਵੇਲੇ ਅਖਬਾਰਾਂ ਦੇ ਵਿੱਚ ਚੁਟਕਲੇ, ਬੁਝਾਰਤਾਂ ਇਸ ਤਰ੍ਹਾਂ ਦੀਆਂ ਮੈਂ ਲਿਖੀਆਂ। ਅਤੇ ਉਸ ਤੋਂ ਬਾਅਦ ਸ਼ੁਰੂਆਤ ਸੀ ਜਿਹੜੀ ਮੇਰੀ ਉਹ ਬੱਚਿਆਂ ਦੀ ਕਵਿਤਾ ਦੇ ਨਾਲ ਹੋਈ। ਅਤੇ ਉਸ ਤੋਂ ਬਾਅਦ ਫਿਰ ਮੈਂ ਇਸ ਖੇਤਰ ਵੱਲ ਹੀ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਡਾਕਟਰ ਦਰਸ਼ਨ ਸਿੰਘ ਆਸਟ ਨੇ ਆਪਣੇ ਮੁੱਢਲੇ ਦਿਨਾਂ ਵਿੱਚ ਰੋਜੀ ਰੋਟੀ ਦੀ ਖਾਤਰ ਜ਼ਿਲ੍ਹਾ ਕਚਹਿਰੀ ਪਟਿਆਲਾ ਵਿੱਚ ਜਦੋਜਹਿਦ ਕਰਨ ਉਪਰੰਤ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਦਿਹਾੜੀਦਾਰ ਕਾਮੇ ਵਜੋਂ ਕੰਮ ਕੀਤਾ ਹੈ। ਫਿਰ 1986 ਤੋਂ ਹੁਣ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਜ ਏ ਸਟੈਨੋ ਆਪਣੀਆਂ ਮੁੱਲਵਾਨ ਸੇਵਾਵਾਂ ਨਿਭਾ ਰਿਹਾ ਹੈ। ਔਰ ਮੈਂ ਥੋੜ੍ਹੀ ਹੋਰ ਸੋਝੀ ਸੰਭਾਲੀ ਤਾਂ ਮੈਂ ਮਹਿਸੂਸ ਕੀਤਾ ਕਿ ਪੰਜਾਬੀ ਵਿੱਚ ਬੱਚਿਆਂ ਵਾਸਤੇ ਬਹੁਤ ਘੱਟ ਸਾਹਿਤ ਹੈ ਜੀ। ਔਰ ਸਾਨੂੰ ਇਸ ਖੱਪੇ ਨੂੰ ਪੂਰਨ ਵਾਸਤੇ ਜੀ ਘੱਟੋ ਘੱਟ ਮੈਂ ਸੋਚਿਆ ਕਿ ਮੈਂ ਆਪਣੇ ਆਪ ਨੂੰ ਇਸ ਖੇਤਰ ਦੇ ਵਿੱਚ ਆਪਣੇ ਆਪ ਨੂੰ ਮੈਂ ਚਾਹੁੰਦਾ ਕਿ ਕੰਮ ਕਰਾਂ ਇਸ ਖੇਤਰ ਦੇ ਵਿੱਚ। ਆਸਟ ਅਜੇ 8ਵੀਂ ਜਮਾਤ ਵਿੱਚ ਹੀ ਸੀ ਜਦੋਂ ਉਸਨੇ ਬੱਚਿਆਂ ਲਈ ਆਪਣੀ ਪਹਿਲੀ ਰਚਨਾ ਦੀ ਸਿਰਜਣਾ ਕੀਤੀ। ਮੇਰੀ ਫੁੱਲ ਕਿਆਰੀ ਅਤੇ ਬਸੰਤ ਰੁੱਤ ਦੇ ਨਾਂ ਦੀਆਂ ਰਚਨਾਵਾਂ ਉਸ ਦੀਆਂ ਛਪੀਆਂ ਪਹਿਲੀਆਂ ਰਚਨਾਵਾਂ ਹਨ। ਡਾਕਟਰ ਰਾਜਵੰਤ ਕੌਰ ਜੀ ਪੰਜਾਬੀ, ਦਰਸ਼ਨ ਸਿੰਘ ਜੀ ਆਸਟ ਸਾਹਿਬ ਉਹਨਾਂ ਦੇ ਧਰਮ ਪਤਨੀ ਨੇ। ਅਤੇ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਐਜ ਏ ਲੇਖਕ ਆਸਟ ਸਾਹਿਬ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਆਸਟ ਸਾਹਿਬ ਕਿਉਂਕਿ ਬੱਚਿਆਂ ਲਈ ਲਿਖਦੇ ਆ ਤਾਂ ਮੈਨੂੰ ਲੱਗਦਾ ਕਿ ਪ੍ਰੌੜ ਸਾਹਿਤ ਦੀ ਥਾਂ 'ਤੇ ਬੱਚਿਆਂ ਲਈ ਲਿਖਣ ਵਾਲੇ ਲੇਖਕ ਦਾ ਸਮਾਜ ਵਿੱਚ ਸਥਾਨ ਜ਼ਿਆਦਾ ਵੱਡਾ ਹੁੰਦਾ ਹੈ। ਜੀ ਕਿਉਂਕਿ ਬੱਚੇ ਸਾਡਾ ਦੇਸ਼ ਦਾ, ਕੌਮ ਦਾ ਭਵਿੱਖ ਹੁੰਦੇ ਨੇ। ਅਤੇ ਜਿਹਨੇ ਬੱਚਿਆਂ ਨੂੰ ਸਾਂਭ ਲਿਆ ਜਾਂ ਬੱਚਿਆਂ ਨੂੰ ਸੇਧ ਦੇਤੀ ਅਤੇ ਉਹ ਪ੍ਰੌੜ ਵਿਅਕਤੀਆਂ ਲਈ ਲਿਖਣ ਵਾਲੇ ਸਾਹਿਤਕਾਰਾਂ ਦੇ ਨਾਲੋਂ ਵੱਡਾ ਹੁੰਦਾ ਹੈ। ਅਤੇ ਪਰਮਾਤਮਾ ਦੀ ਮੈਂ ਬਖਸ਼ਿਸ਼ ਹੀ ਸਮਝਦੀ ਹਾਂ ਕਿ ਇਹਨਾਂ ਨੂੰ ਆਪਣੇ ਵੱਡੇ ਭਾਈ ਸਾਹਿਬ ਸਰਦਾਰ ਭੁਪਿੰਦਰ ਸਿੰਘ ਆਸਟ ਜੀ ਕੋਲੋਂ ਜਿਹੜੀ ਇਹ ਚਿਨਗ ਲੱਗੀ, ਇਹ ਉਸ ਵਾਹਿਗੁਰੂ ਦੀ ਬਖਸ਼ਿਸ਼ ਸੀ ਕਿ ਉਹਨਾਂ ਨੇ ਇਹਨਾਂ ਦੀ ਬਾਂਹ ਫੜੀ, ਇਸ ਖੇਤਰ ਵੱਲ ਤੋਰਿਆ ਜਿਸ ਪਾਸੇ ਵੱਡੇ ਲੇਖਕ ਆਉਣਾ ਨਿਗੂਣਾ ਕਾਰਜ ਸਮਝਦੇ ਨੇ ਜਾਂ ਉਹ ਨਹੀਂ ਚਾਹੁੰਦੇ ਇਸ ਖੇਤਰ ਵੱਲ ਆਉਣਾ ਕਿ ਬੱਚਿਆਂ ਲਈ ਲਿਖਣਾ ਤਾਂ ਬਹੁਤ ਸੌਖੀ ਗੱਲ ਹੈ। ਪਰ ਮੈਨੂੰ ਲੱਗਦਾ ਕਿ ਬੱਚਿਆਂ ਦੀ ਮਾਨਸਿਕਤਾ ਨੂੰ ਜਾਣਨਾ, ਉਹਨਾਂ ਦੀ ਉਮਰ ਦੇ ਹਿਸਾਬ ਨਾਲ ਰਚਨਾ ਕਰਨੀ, ਉਹਨਾਂ ਦੇ ਦਿਲਾਂ ਨੂੰ ਸਮਝਣਾ, ਉਹਨਾਂ ਦੀਆਂ ਇੱਛਾਵਾਂ ਸ਼ੌਕ ਉਹਨਾਂ ਦੇ ਸਮਝਣੇ, ਇਹ ਕਿਸੇ ਵਿਰਲੇ ਟਾਵੇਂ ਸਾਹਿਤਕਾਰ ਦੇ ਹਿੱਸੇ ਆਉਂਦਾ। ਅਤੇ ਆਸਟ ਸਾਹਿਬ ਉਹ ਵਿਰਲੇ ਟਾਵੇਂ ਸਾਹਿਤਕਾਰਾਂ 'ਚੋਂ ਨੇ। ਅਤੇ ਇੰਨੀ ਲੰਮੀ ਘਾਲਣਾ ਕੀਤੀ ਹੈ ਇਹਨਾਂ ਨੇ ਕਿ 70 ਪੁਸਤਕਾਂ ਇਸ ਖੇਤਰ ਨੂੰ ਦਿੱਤੀਆਂ ਨੇ। ਅਤੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਹਨਾਂ ਦੀ ਇੱਛਾ ਹੁੰਦੀ ਹੈ ਕਿ ਮੈਂ ਨਹਾਵਾਂ ਧੋਵਾਂ ਅਤੇ ਆਪਣੀ ਸਿਰਜਣਾ ਵਿੱਚ ਜੁਟ ਜਾਵਾਂ। ਅਤੇ ਆਫਿਸ ਜਾਣ ਤੱਕ ਤਿਆਰ ਹੋਣ ਤੋਂ ਬਾਅਦ ਇਹ ਸਾਹਿਤ ਰਚਨਾ 'ਚ ਲਈ ਬੈਠ ਜਾਂਦੇ ਨੇ। ਅਤੇ ਵਾਪਸੀ 'ਤੇ ਆ ਕੇ ਫਿਰ ਕੋਸ਼ਿਸ਼ ਹੁੰਦੀ ਹੈ, ਅਸੀਂ ਰਾਤ ਨੂੰ ਲਗਭਗ 12 ਵਜੇ ਤੋਂ ਪਹਿਲਾਂ ਤਾਂ ਅਸੀਂ ਕਦੇ ਸੁੱਤੇ ਨਹੀਂ ਹਾਂ। ਜੀ ਡਾਕਟਰ ਦਰਸ਼ਨ ਸਿੰਘ ਆਸਟ ਨੇ ਪ੍ਰਾਇਮਰੀ ਆਪਣੇ ਪਿੰਡ ਬਰਾਸ ਤੋਂ ਪਾਸ ਕੀਤੀ। ਮੈਟ੍ਰਿਕ ਸਰਕਾਰੀ ਹਾਈ ਸਕੂਲ ਘੱਗਾ ਤੋਂ, BA ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਈਵੇਟ ਤੌਰ ਤੇ ਅਤੇ MA ਪੰਜਾਬੀ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਫਿਰ ਨੈਟ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤੋਂ ਅਤੇ ਸਲੈਕਟ ਭਾਵ ਸਟੇਟ ਲੈਵਲ ਐਲੀਜੀਬਿਲਟੀ ਟੈਸਟ ਫਾਰ ਲੈਕਚਰਸ਼ਿਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੇ। ਪਰ ਡਾਕਟਰ ਆਸਟ ਦੀ ਉਚੇਰੀ ਪੜ੍ਹਾਈ ਲਈ ਚਾਹਤ ਖਤਮ ਨਾ ਹੋਈ ਤਾਂ ਉਸਨੇ
certificate course in Urdu, BA additional in Persian, ਪੰਜਾਬੀ ਬਾਲ ਕਹਾਣੀਆਂ ਦਾ ਆਲੋਚਨਾਤਮਕ ਅਧਿਐਨ ਵਿਸ਼ੇ ਤੇ PhD ਕਰਨ ਉਪਰੰਤ MA ਉਰਦੂ ਅਤੇ ਕੰਪਿਊਟਰ ਕੋਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੇ। ਜਿਵੇਂ ਬਾਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ, ਉਸੇ ਤਰ੍ਹਾਂ ਬਾਲ ਸਾਹਿਤ ਵੀ ਅਹਿਮ ਹਿੱਸਾ ਹੋਣਾ ਚਾਹੀਦਾ। ਪਰ ਸਾਡੇ ਵੱਡੇ ਲੇਖਕਾਂ ਨੇ ਇਸ ਬਾਲ ਸਾਹਿਤ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਹਾਲਾਂਕਿ ਸਾਡੇ ਪੂਰਵਜਾਂ ਨੇ ਬਹੁਤ ਇਸ ਨੂੰ ਸਿਰਜਿਆ ਵੀ ਅਤੇ ਮਨੋਰੰਜਨ ਦਾ ਸਾਧਨ ਵੀ ਬਣਾਇਆ ਅਤੇ ਸਿੱਖਿਆ ਦਾ ਸਾਧਨ ਵੀ ਬਣਾਇਆ। ਇਸ ਕਰਕੇ ਪੁਰਾਣੀਆਂ ਸਾਡੇ ਕੋਲ ਕਥਾ ਸਰਿਤ ਸਾਗਰ, ਸੁਖ ਸ਼ਕਤੀ ਅਤੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਮਿਲ ਜਾਂਦੀਆਂ ਨੇ ਬਾਲ ਸਾਹਿਤ ਬਾਰੇ। ਪਰ ਆਧੁਨਿਕ ਸਮੇਂ ਵਿੱਚ ਇਸ ਪਾਸੇ ਪੰਜਾਬੀ ਦੇ ਖਾਸ ਕਰ ਲੇਖਕਾਂ ਨੇ, ਵੱਡੇ ਲੇਖਕਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਮੈਂ ਖੁਸ਼ ਹਾਂ ਕਿ ਆਸ਼ਟ ਜਿਹੜਾ ਉਸ ਨੇ ਇਸ ਨੂੰ ਸੀਰੀਅਸਲੀ ਲਿਆ ਅਤੇ ਬਾਲ ਸਾਹਿਤ ਦੀ ਰਚਨਾ ਵਾਲੇ ਪਾਸੇ ਕਾਫੀ ਧਿਆਨ ਦਿੱਤਾ, ਕਾਫੀ ਨਾਮਣਾ ਵੀ ਖੱਟਿਆ। ਬਹੁਤ ਆਮ ਕਰਕੇ ਬਾਲ ਸਾਹਿਤ ਨੂੰ ਛੋਟੀ ਚੀਜ਼ ਸਮਝਿਆ ਜਾਂਦਾ, ਪਰ ਇਹ ਨਹੀਂ ਹੈ। ਜਿੱਡਾ ਵੱਡਾ ਵੈਸਟ ਦੇ ਜਿੱਡੇ ਵੱਡੇ ਰਾਈਟਰ ਹੋਏ ਨੇ, ਉਹਨਾਂ ਨੇ ਨਾਲ ਬਾਲ ਸਾਹਿਤ ਵੀ ਰਚਿਆ। ਬਾਲਾਂ ਬਾਰੇ ਸਾਹਿਤ ਨਹੀਂ, ਬਾਲਾਂ ਦੇ ਪੜ੍ਹਨ ਜੋਗਾ ਸਾਹਿਤ ਜਿਹੜਾ ਉਹ ਅਜੇ ਵੀ ਸਾਡੇ ਪੰਜਾਬੀ 'ਚ ਬਹੁਤ ਘੱਟ ਮਿਲਦਾ। ਮੈਂ ਖੁਸ਼ ਹਾਂ ਕਿ ਆਸ਼ਟ ਨੇ ਇਸ ਪੱਖ ਨੂੰ ਸੀਰੀਅਸਲੀ ਲਿਆ। ਆਸ਼ਟ ਸਾਹਿਬ, ਜਦੋਂ ਅਸੀਂ ਸੰਚਾਰ ਦੀ ਗੱਲ ਕਰਦੇ ਹਾਂ ਕਿ ਆਪਣਾ ਮੈਸੇਜ ਜਿਹੜਾ ਹੈਗਾ ਅਸੀਂ ਭਾਵੇਂ ਬੋਲ ਕੇ ਜਾਂ ਲਿਖ ਕੇ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਸਰੋਤੇ ਜਾਂ ਪਾਠਕ ਨੂੰ ਇਹ ਧਿਆਨ ਵਿੱਚ ਰੱਖਣਾ ਪੈਂਦਾ ਹੈ ਕਿ ਉਹ ਕਿਸ ਪੱਧਰ ਦਾ ਹੈ। ਤੁਸੀਂ ਸਾਰਾ ਬਾਲ ਸਾਹਿਤ ਹੀ ਰਚਿਆ ਹੈ। ਇੱਕ ਮੈਚਿਓਰ ਆਦਮੀ ਨੂੰ ਉਸ ਲੈਵਲ 'ਤੇ ਜਾ ਕੇ, ਉਸ ਲੈਵਲ 'ਤੇ ਬਚਪਨ ਵਾਲੇ ਲੈਵਲ 'ਤੇ ਜਾ ਕੇ ਗੱਲ ਕਰਨ ਦੇ ਵਿੱਚ ਮੇਰੇ ਹਿਸਾਬ ਨਾਲ ਔਖਿਆਈ ਆਉਂਦੀ ਹੋ। ਤੁਸੀਂ ਇਸ ਨੂੰ ਕਿਵੇਂ ਸਮਤੋਲ ਕਰਦੇ ਹੋ ਕਿ ਆਪਦੀ ਮੈਚਿਓਰਿਟੀ ਦੇ ਵਿੱਚੋਂ ਫਿਰ ਵੀ ਬਚਪਨ ਵਿੱਚ ਜਾ ਕੇ ਉਹ ਲਿਖਣ ਦੀ ਕੋਸ਼ਿਸ਼ ਕਰਦੇ ਹੋ? ਇਸ ਬਾਰੇ ਦੱਸੋ। ਕੋਲੇ ਜੀ, ਬਹੁਤ ਅੱਛਾ ਸਵਾਲ ਹੈ ਤੁਹਾਡਾ ਇਹ ਜੀ। ਕਿਉਂਕਿ ਸੰਚਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜੀ, ਤਾਂ ਉਹਦੇ ਬਾਰੇ ਮੈਂ ਬਾਅਦ ਦੇ ਵਿੱਚ ਗੱਲ ਕਰਾਂਗਾ। ਲੇਕਿਨ ਇੱਕ ਉਰਦੂ ਦਾ ਜਿਹੜਾ ਸ਼ੇਅਰ ਹੈ, ਮੈਂ ਸਮਝਦਾ ਹਾਂ ਕਿ ਸਾਡੀ ਇਸ ਗੱਲ ਦੇ ਨਾਲ ਕਾਫੀ ਢੁਕਦਾ ਹੈ। ਜੀ। वो शेर है कि मेरे दिल के किसी कोने में एक मासूम सा बच्चा बड़ों की देख कर दुनिया बड़ा होने से डरता है। ਜਦੋਂ ਅਸੀਂ ਇਸ ਸ਼ੇਰ ਦੀ ਰੋਸ਼ਨੀ ਵਿੱਚ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਜਿਹੜਾ ਫਰਜ਼ ਸਾਡੇ ਵੱਡਿਆਂ ਨੂੰ ਨਿਭਾਉਣਾ ਚਾਹੀਦਾ ਸੀ ਆਪਣੇ ਬੱਚਿਆਂ ਵਾਸਤੇ, ਖਾਸ ਕਰਕੇ ਉਹਨਾਂ ਦੀ ਭਾਸ਼ਾ ਔਰ ਉਹਨਾਂ ਦੇ ਸਾਹਿਤ ਦੇ ਹਵਾਲੇ ਨਾਲ, ਉਹ ਨਿਭਾਇਆ ਨਹੀਂ ਜਾ ਰਿਹਾ ਵੱਡੀ ਪੱਧਰ 'ਤੇ। ਜਿਹੜਾ ਤੁਸੀਂ ਸਵਾਲ ਕੀਤਾ ਸੰਚਾਰ ਵਾਲਾ, ਇਹ ਆਪਣੇ ਆਪ 'ਚ ਬੜਾ ਮੁੱਲਵਾਨ ਸਵਾਲ ਹੈ। ਹੁਣ ਜਦੋਂ ਅਸੀਂ ਬਾਲ ਸਾਹਿਤ ਬੱਚਿਆਂ ਦਾ ਪੜ੍ਹਦੇ ਹਾਂ ਜਾਂ ਲਿਖਦੇ ਹਾਂ, ਅਸੀਂ ਉਸ ਵੇਲੇ ਇਹ ਭੁੱਲ ਜਾਂਦੇ ਹਾਂ ਕਿ ਜੇ ਅਸੀਂ ਕਿਸੇ ਬੱਚੇ ਵਾਸਤੇ ਕਹਾਣੀ ਲਿਖੀ ਜਾਂ ਕੋਈ ਕਵਿਤਾ ਲਿਖੀ ਬੱਚੇ ਵਾਸਤੇ ਜਾਂ ਕੋਈ ਗੀਤ ਲਿਖਿਆ, ਉਹ ਕਿਹੜੀ ਏਜ ਗਰੁੱਪ ਦੇ ਬੱਚੇ ਵਾਸਤੇ ਹੈ। 5 ਤੋਂ 8 ਸਾਲ ਦੇ ਬੱਚਿਆਂ ਵਾਸਤੇ ਹੈ, 8 ਤੋਂ 12 ਸਾਲ ਦੇ ਬੱਚਿਆਂ ਵਾਸਤੇ ਹੈ, ਜਾਂ 12 ਤੋਂ 15 ਸਾਲ ਦੇ ਬੱਚਿਆਂ ਵਾਸਤੇ ਹੈ। ਸਾਨੂੰ ਬੱਚਿਆਂ ਵਾਸਤੇ ਲਿਖਣ ਲਈ ਸਭ ਤੋਂ ਪਹਿਲਾਂ ਉਸ ਬੱਚੇ ਦੀ ਉਮਰ ਨੂੰ ਆਪਣੇ ਜ਼ਿਹਨ 'ਚ ਰੱਖਣਾ ਬਹੁਤ ਜ਼ਰੂਰੀ ਹੈ ਜੀ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 3 ਤੋਂ 5 ਸਾਲ ਦਾ ਜਿਹੜਾ ਬੱਚਾ ਹੈ ਉਹ ਕਿਹੜੇ ਕਿਹੜੇ ਸ਼ਬਦਾਂ ਨੂੰ ਸਮਝ ਸਕਦਾ ਹੈ ਜੀ, ਗ੍ਰਹਿਣ ਕਰ ਸਕਦਾ ਹੈ। 5 ਤੋਂ 8 ਸਾਲ ਦਾ ਬੱਚਾ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਭਾਸ਼ਾ, ਕਿਸ ਤਰ੍ਹਾਂ ਦੀ ਸ਼ਬਦਾਵਲੀ ਨੂੰ ਸਮਝ ਸਕਦਾ ਹੈ ਜੀ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੀ ਸੋਚ ਮੁਤਾਬਕ, ਉਹਨਾਂ ਦੀ ਮਾਨਸਿਕਤਾ ਦੇ ਮੁਤਾਬਕ ਉਹਦੇ ਲਈ ਰਚਨਾ ਲਿਖੀਏ। ਨਹੀਂ ਤਾਂ ਕੀ ਹੋਏਗਾ ਕਿ ਔਖੇ ਭਾਰੇ ਸ਼ਬਦਾਂ ਨਾਲ ਲਵਰੇਜ ਜਿਹੜੀ ਰਚਨਾ ਹੈ ਉਹ ਬੱਚੇ ਦੇ ਪੱਲੇ ਨਹੀਂ ਪਏਗੀ ਅਤੇ ਬੱਚਾ ਤੁਹਾਡੀ ਰਚਨਾ ਨੂੰ ਪਾਸੇ ਸੁੱਟ ਕੇ, ਤੁਹਾਡੀ ਲਿਖੀ ਪੁਸਤਕ ਨੂੰ ਪਾਸੇ ਰੱਖ ਕੇ ਖੇਡਣ ਲਈ ਤੁਰ ਜਾਏਗਾ। ਇੱਥੋਂ ਸਪਸ਼ਟ ਹੋ ਗਿਆ ਕਿ ਉਸ ਬੱਚੇ ਨੂੰ ਤੁਹਾਡੀ ਗੱਲ ਸਮਝ ਨਹੀਂ ਆਈ ਜੋ ਤੁਸੀਂ ਕਹਿਣੀ ਚਾਹੁੰਦੇ ਸੀ, ਔਰ ਉਸ ਦਾ ਜਿਹੜਾ ਬੱਚੇ ਦੀ ਮਾਨਸਿਕਤਾ ਦੇ ਉੱਪਰ ਤੁਹਾਡੀ ਜਿਹੜੀ ਕਲਮ ਦਾ ਜਾਦੂ ਹੈ
ਉਹ ਤਾਂ ਹੀ ਪ੍ਰਭਾਵ ਪਾ ਸਕਦਾ ਹੈ ਜੇ ਤੁਸੀਂ ਬੱਚੇ ਦੀ ਮਾਨਸਿਕਤਾ ਦੇ ਨੂੰ ਸਮਝ ਕੇ ਲਿਖੋ। ਔਰ ਬੱਚਾ ਤੁਹਾਡੀ ਕਹਾਣੀ ਜਾਂ ਤੁਹਾਡੀ ਕਵਿਤਾ ਨੂੰ ਪੜ੍ਹਦਾ ਹੋਇਆ ਇਹ ਮਹਿਸੂਸ ਕਰੇ ਕਿ ਵਾਹ, ਇਹਦੇ ਵਿੱਚ ਤਾਂ ਮੇਰੀਆਂ ਗੱਲਾਂ ਨੇ, ਇਹ ਤਾਂ ਤੁਸੀਂ ਸਾਰੀਆਂ ਮੇਰੀ ਕਹਾਣੀ ਲਿਖੀ ਹੋਈ ਹੈ, ਕਮਾਲ ਹੈ। ਬੱਚਾ ਤੁਹਾਡੀ ਕਵਿਤਾ ਨੂੰ, ਤੁਹਾਡੀ ਰਚਨਾ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਤਰ੍ਹਾਂ ਚਿੰਬੜੇ ਰਹੇ ਜਿਵੇਂ ਕਹਿੰਦੇ ਨੇ ਕਿ ਗੁੜ ਦੇ ਨਾਲ ਸ਼ਹਿਦ ਦੀ ਮੱਖੀ ਕਹਿ ਸਕਦੇ ਆਪਾਂ। ਮੇਰਾ ਕਹਿਣ ਦਾ ਮਤਲਬ ਕਿ ਇੰਨਾ ਰਿਸ਼ਤਾ ਹੈ ਡੂੰਘਾ ਸਾਹਿਤ ਦਾ, ਸੰਚਾਰ ਦਾ ਔਰ ਭਾਸ਼ਾ ਦਾ। ਔਰ ਸਾਡੇ ਲੇਖਕਾਂ ਨੂੰ ਖਾਸ ਕਰਕੇ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਆਪਣਾ ਬਾਲ ਸਾਹਿਤ ਆਪਣੇ ਬੱਚਿਆਂ ਦੇ ਵਿੱਚ ਮਕਬੂਲ ਕਰਨਾ ਹੈ ਤਾਂ ਉਮਰ ਜਿਹੜਾ ਏਜ ਗਰੁੱਪ ਹੈ ਉਹਦੇ ਮੁਤਾਬਕ ਬੱਚਿਆਂ ਲਈ ਸਾਹਿਤ ਸਿਰਜਣਾ ਕਰੋ। ਉਸ ਲਈ ਕਿੰਨੇ ਕੁ ਜਿਹੜੇ ਸ਼ਬਦ ਨੇ ਸਮਝ ਆ ਸਕਦੇ ਨੇ, ਭਾਸ਼ਾ ਸਮਝ ਆ ਸਕਦੀ ਹੈ, ਕਿਹੜੀ ਸ਼ਬਦਾਵਲੀ ਹੈ ਜਿਹੜੀ ਉਹਦੇ ਲਈ ਸਮਝ ਆਵੇ, ਇਹਦਾ ਬਹੁਤ ਵੱਡਾ ਸੰਚਾਰ ਹੈ। ਔਰ ਇਹਦੇ ਨਾਲ ਹੀ ਘੋੜੀਏ ਜੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਜੀ ਕਿ ਚੀਨ ਦਾ ਇੱਕ ਬੜਾ ਪ੍ਰਸਿੱਧ ਅਖਾਣ ਹੈ ਕਿ ਜਿਹੜੇ 10,000 ਸ਼ਬਦ ਵੀ ਕਈ ਵਾਰ ਉਹ ਗੱਲ ਨਹੀਂ ਕਹਿ ਸਕਦੇ ਜਿਹੜੀ ਸੰਚਾਰ ਹੈ ਜਿਹੜਾ ਉਹ ਇੱਕ ਚਿੱਤਰ ਕਰ ਸਕਦਾ ਹੈ। ਸੋ ਚਿੱਤਰ ਦੇ ਵਿੱਚ ਬਹੁਤ ਸ਼ਕਤੀ ਹੈ। ਕਿਸੇ ਵੀ ਚਿੱਤਰ ਨੂੰ ਦੇਖ ਕੇ ਬੱਚੇ ਦੇ ਮਨ ਵਿੱਚ ਬਹੁਤ ਕੁਝ ਜਿਹੜੇ ਸਵਾਲ ਪੈਦਾ ਹੁੰਦੇ ਨੇ ਜੀ। ਔਰ ਬੱਚਾ ਤੁਸੀਂ ਦੇਖੋ ਕਿ ਜਦੋਂ ਬੱਚਾ ਪਹਿਲੀ ਜਮਾਤ ਦੇ ਵਿੱਚ ਦਾਖਲ ਹੁੰਦਾ ਹੈ ਅਸੀਂ ਉਹਦੀ ਜਿਹੜੀ ਸੋਝੀ ਹੈ ਉਹ ਚਿੱਤਰਾਂ ਦੇ ਨਾਲ ਪਹਿਲਾਂ ਕਰਵਾਉਂਦੇ ਹਾਂ। ਬਿਲਕੁਲ। ਔਰ ਸ਼ਬਦਾਂ ਦੇ ਨਾਲ ਜਿਹੜੀ ਪਛਾਣ ਹੈ ਸਾਡੇ ਬੱਚੇ ਦੀ ਉਹ ਬਾਅਦ ਵਿੱਚ ਪੈਂਦੀ ਹੈ। ਸੋ ਕਹਿਣ ਦਾ ਮਤਲਬ ਚਿੱਤਰ ਨੇ ਜਿਹੜੇ ਔਰ ਸ਼ਬਦ ਨੇ ਉਹ ਜਦੋਂ ਸੁਮੇਲ ਉਹਨਾਂ ਦਾ ਬਣੇਗਾ ਉਸ ਦਾ ਬੱਚੇ ਦੇ ਮਨ 'ਤੇ ਬਹੁਤ ਅੱਛਾ ਪ੍ਰਭਾਵ ਪਏਗਾ। ਨਹੀਂ ਤਾਂ ਕੀ ਹੋਏਗਾ ਕਿ ਬੱਚੇ ਨੂੰ ਜੇ ਕੋਈ ਗੱਲ ਸਮਝ ਨਹੀਂ ਆਏਗੀ ਤਾਂ ਉਹ ਜਿਹੜਾ ਸਾਹਿਤ ਹੈ ਉਹ ਅਨਪੜ੍ਹਿਆ ਹੀ ਰਹਿ ਜਾਏਗਾ ਅਤੇ ਉਹ ਬੱਚਾ ਜਿਹੜਾ ਉਹ ਸਾਹਿਤ ਨਾਲ ਨਹੀਂ ਜੁੜ ਸਕੇਗਾ। ਸੋ ਜ਼ਰੂਰੀ ਹੈ ਕਿ ਸੰਚਾਰ ਦੀ ਜਿਹੜੀ ਭਾਸ਼ਾ ਹੈ ਉਸ ਨੂੰ ਪਾਏਦਾਰ ਬਣਾਉਣ ਵਾਸਤੇ, ਆਪਣੀ ਗੱਲ ਨੂੰ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੀ ਸੋਚ ਮੁਤਾਬਕ, ਉਹਨਾਂ ਦੀ ਬੁੱਧੀ ਮੁਤਾਬਕ ਔਰ ਉਹਨਾਂ ਦੀ ਕਲਪਨਾ ਦੇ ਮੁਤਾਬਕ ਉਹਨਾਂ ਵਾਸਤੇ ਸਾਹਿਤ ਰਚੀਏ। ਤਾਂ ਹੀ ਅਸੀਂ ਜਿਹੜੀ ਸੰਚਾਰ ਵਾਲੀ ਗੱਲ ਹੈ ਉਸ ਦਾ ਜਿਹੜਾ ਮਕਸਦ ਹੈ ਉਹ ਸਾਡਾ ਪੂਰਾ ਹੋ ਸਕੇਗਾ। ਕਿੱਥੇ ਗਈਏ ਮਾਰੇ ਉਡਾਰੀ ਨੀ ਚਿੜੀਏ, ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀ ਚਿੜੀਏ। ਕਿੱਥੇ ਗਈ ਮਾਰੀ ਉਡਾਰੀ ਨੀ ਚਿੜੀਏ, ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀ ਚਿੜੀਏ। ਕਹਾਣੀਆਂ ਲਿਖੀਆਂ ਨੇ ਤੁਸੀਂ, ਕਵਿਤਾਵਾਂ ਵੀ ਲਿਖੀਆਂ ਨੇ, ਬੜੀਆਂ ਪਿਆਰੀਆਂ ਪਿਆਰੀਆਂ ਕਵਿਤਾਵਾਂ ਲਿਖੀਆਂ, ਅਤੇ ਕਿਉਂ ਨਾ ਅਸੀਂ ਆਪ ਵੀ ਅਤੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਵੀ ਬਚਪਨ ਵਿੱਚ ਲੈ ਜਾਈਏ ਅਤੇ ਕੋਈ ਰਚਨਾ ਸਾਡੇ ਨਾਲ ਸਾਂਝੀ ਕਰੋ ਤੁਸੀਂ। ਜੀ ਘੋਲੀਏ ਜੀ, ਮੈਂ ਪਿਛਲੇ ਕੁਝ ਅਰਸੇ ਤੋਂ ਨਾ ਬੱਚਿਆਂ ਲਈ ਜਿਹੜੇ ਗੀਤ ਨੇ ਜੀ, ਖਾਸ ਕਰਕੇ ਪਹਿਲਾਂ ਮੈਂ ਨਰਸਰੀ ਕਵਿਤਾਵਾਂ ਲਿਖੀਆਂ ਅਤੇ ਪਿਛਲੇ ਕੁਝ ਅਰਸੇ ਤੋਂ ਮੈਂ ਕੁਦਰਤ ਬਾਰੇ, ਪ੍ਰਕਿਰਤੀ ਬਾਰੇ ਕਵਿਤਾਵਾਂ ਲਿਖ ਰਿਹਾ ਹਾਂ। ਉਹਦੇ ਵਿੱਚ ਭਾਵੇਂ ਸਾਡੇ ਬੜੇ ਮਾਸੂਮ ਪੰਛੀ ਨੇ ਉਹ ਅਲੋਪ ਹੁੰਦੇ ਜਾ ਰਹੇ ਨੇ, ਸਾਡੇ ਦਰਖਤ ਨੇ ਜਿਹੜੇ ਧੜਾ ਧੜ ਕੱਟੇ ਜਾ ਰਹੇ ਨੇ, ਪਾਣੀ ਦਾ ਜਿਹੜਾ ਪੱਧਰ ਹੈ ਉਹ ਬਹੁਤ ਹੇਠਾਂ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਸਮਾਜ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਕੁਝ ਗੀਤ ਲਿਖੇ ਨੇ। ਔਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਗੀਤ ਹੈ ਉਹ ਮੈਂ ਉਸ ਪੰਛੀ ਬਾਰੇ ਲਿਖਿਆ ਹੈ ਜਿਹਨੂੰ ਅਸੀਂ ਚਿੜੀ ਕਹਿੰਦੇ ਹਾਂ। ਚਿੜੀ ਸਾਡੇ ਪੰਜਾਬ ਦੇ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ। ਔਰ ਚਿੜੀ ਕਿੱਧਰ ਗਈ ਇਹ ਮੈਂ ਸਾਡੇ ਬੱਚਿਆਂ ਨੂੰ ਵੀ ਬੱਚੇ ਅਸਲ ਦੇ ਵਿੱਚ ਸਾਡੇ ਕੋਲ ਇੱਕ ਸਵਾਲ ਕਰ ਰਹੇ ਨੇ ਵੱਡਿਆਂ ਨੂੰ, ਵੱਡੀ ਉਮਰ ਦੇ ਜਿਹੜੇ ਅਸੀਂ ਲੋਕ ਹਾਂ, ਕਿ ਜਿਹੜੀ ਚਿੜੀ ਸੀ ਉਹ ਕਿੱਥੇ ਗਈ। ਉਹਦੀਆਂ ਜਿਹੜੀਆਂ ਅਸੀਂ ਬਾਤਾਂ ਸੁਣਦੇ ਹਾਂ, ਬਾਤਾਂ 'ਚ ਉਹ ਜ਼ਿਕਰ ਆਉਂਦਾ ਹੈ, ਕਿਤਾਬਾਂ ਦੇ ਵਿੱਚ ਅਸੀਂ ਉਹਦਾ ਜ਼ਿਕਰ ਪੜ੍ਹਦੇ ਹਾਂ, ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਹ ਚਿੜੀ ਕਿੱਥੇ ਗਈ। ਸੋ ਉਸ ਚਿੜੀ ਦਾ ਗੀਤ ਮੈਂ ਤਰਨਮ ਦੇ ਵਿੱਚ ਪੇਸ਼ ਕਰ ਰਿਹਾ ਹਾਂ। ਬਿਲਕੁਲ ਜੀ, ਅੱਛਾ ਜੀ। ਕਿੱਥੇ ਗਈਏ ਮਾਰੇ ਉਡਾਰੀ ਨੀ ਚਿੜੀਏ, ਸੁਣਦੀ ਨਹੀਂ
तेरी ची ची प्यारी नी चिड़िए किथे गई मारी उड़ारी नी चिड़िए सुनदी नहीं तेरी ची ची प्यारी नी चिड़िए दिसदी ना हुण साडे नेड़े तेड़े नी सुनियां घर दियां छत्तां सुन्ने वेड़े नी केड़ा फा लै गया शिकारी नी चिड़िए किथे गई मारी उड़ारी नी चिड़िए अपने बोटां दे मूंह चोगा पाउंदी सै मी मंगण लई मिट्टी दे विच नौंदी सै केड़ी पै गई विपता भारी नी चिड़िए किथे गई ने मारी उड़ारी नी चिड़िए आलना भी छत्तां बिच बनाउंदी सै सुबह बनेरे बह के रौनक लाउंदी सै करे उड़ीकां बेक विचारी नी चिड़िए किथे गई मारी उड़ारी नी चिड़िए पंजियां दे विच लै गया तैनू बाज कोई जां फिर कां दे नाल कोई तकरार हुई जां फिर डुल गई खिचड़ी सारी नी चिड़िए किथे गई ने मारी उड़ारी नी चिड़िए आनी चिड़िए किधरों उड़ के आजा तू तरस गए ने बच्चे मन पर चाजा तू माँ ने चूरी कुट खलारी नी चिड़िए किथे गई ने मारी उड़ारी नी चिड़िए मोबाइलां दे उच्चे उच्चे टावर नी तेरे लिए ने बढ़ के आए जावर नी जहर तरंगा ने तू मारी नी चिड़िए किथे गई ने मारी उड़ारी नी चिड़िए दर्शन अष्ट कविता लिख के गाएगा लोभी बंदे नू ये गल समझाएगा दर्शन अष्ट कविता लिख के गाएगा लोभी बंदे नू ये गल समझाएगा रुखां ते ना फेरे आरी नी चिड़िए किथे गई मारी उड़ारी नी चिड़िए किथे गई मारी उड़ारी नी चिड़िए सुनदी नहीं तेरी ची ची प्यारी नी चिड़िए सुनदी नहीं तेरी ची ची प्यारी नी चिड़िए सुनदी नहीं तेरी ची ची प्यारी नी चिड़िए। डॉक्टर दर्शन सिंह आष्ट पंजाबी दे नहीं बल्कि भारती ख्याति दे भारती साहित्य विच अपना बहुत उच्चा नाम रखते हैं। असीं जुवेनाइल लिटरेचर नूं या बच्चों के लिटरेचर नूं भारती
ਭਾਰਤੀ ਸਾਹਿਤ ਨੇ ਖਾਸ ਤੌਰ ਤੇ ਆਂਚਲਿਕ ਸਾਹਿਤ ਨੇ ਮੇਰਾ ਖਿਆਲ ਆਮ ਤੌਰ ਤੇ ਇਸ ਨੂੰ ਇੱਕ ਪੱਧਰ ਤੇ ਇਗਨੋਰ ਹੀ ਕੀਤਾ ਹੋਇਆ ਹੈ। ਡਾਕਟਰ ਦਰਸ਼ਨ ਸਿੰਘ ਆਸ਼ਟ ਦੀ ਨਜ਼ਮ ਚਿੜੀਆਂ ਵਰਗਾ ਖੂਬਸੂਰਤ ਪੰਛੀ ਪੰਜਾਬ 'ਚੋਂ ਹੀ ਨਹੀਂ ਬਲਕਿ ਹਿੰਦੁਸਤਾਨ 'ਚੋਂ ਹੀ ਗੁੰਮ ਹੋ ਰਿਹਾ, ਉਹਦੇ ਉੱਤੇ ਬੜੀ ਖੂਬਸੂਰਤ ਹਿੰਦੀ ਦੀ ਇੱਕ ਨਜ਼ਮ ਲਿਖੀ ਹੈ। ਉਸ ਨਜ਼ਮ ਨੂੰ ਮੈਂ ਸਮਝਦਾ ਵੀ ਦੁਨੀਆ ਦਾ ਕੋਈ ਖੂਬਸੂਰਤ ਜ਼ਿਹਨ ਜਾਂ ਇਨਸਾਨ ਪੜ੍ਹ ਕੇ ਜ਼ਰੂਰ ਕਹੇਗਾ ਕਿ ਲੇਖਕ ਜਿਹੜੇ ਨੇ ਉਹ ਕਿੰਨੇ ਕੁ ਡੂੰਘੇ ਕੰਸਰਨ ਦੇ ਨਾਲ ਆਪਣੇ ਵਾਤਾਵਰਨ ਨੂੰ, ਆਪਣੀ ਜ਼ਿੰਦਗੀ ਨੂੰ, ਆਪਣੇ ਸਾਹਿਤ ਨੂੰ ਇੱਕ ਖਾਸ ਕਿਸਮ ਦਾ ਵਿਵੇਚਨ ਦੇ ਰਹੇ ਨੇ। ਟੈਗੋਰ ਨੇ ਕਿਧਰੇ ਲਿਖਿਆ, ਜਿੰਨੇ ਵੱਡੇ ਸਾਹਿਤਕਾਰ ਹੋਏ ਨੇ ਉਹ ਸਾਰੇ ਜੂਵੇਨਾਈਲ ਲਿਟਰੇਚਰ, ਬੱਚਿਆਂ ਦੇ ਲਿਟਰੇਚਰ ਤੋਂ ਉਹਨਾਂ ਨੇ ਗੱਲਾਂ ਆਪਣੀਆਂ ਸ਼ੁਰੂ ਕੀਤੀਆਂ ਨੇ। ਟੈਗੋਰ ਹੋਇਆ, ਟੋਲਸਟਾਏ ਹੋਇਆ, ਪ੍ਰੋਫੈਸਰ ਪੂਰਨ ਸਿੰਘ ਹੋਏ, ਇਹਨਾਂ ਸਾਰਿਆਂ ਨੇ ਜਿਹੜੇ ਵੱਡੇ ਦਿੱਗਜ ਨੇ ਮੇਰੀ ਧਰਤੀ ਦੇ, ਇਹਨਾਂ ਸਾਰਿਆਂ ਨੇ ਜ਼ਿਕਰ ਖੈਰ ਬੱਚਿਆਂ ਦੇ ਲਿਟਰੇਚਰ ਦਾ ਕੀਤਾ। ਉਸ ਦਾ ਵੱਡਾ ਕਾਰਨ ਇਹ ਹੈ ਕਿ ਇਹ ਸ਼੍ਰੇਣੀ ਜਿਹੜੀ ਬੱਚਿਆਂ ਦੀ ਸ਼੍ਰੇਣੀ ਹੈ, ਚੌਥੇ ਜਾਂ 5ਵੇਂ ਵਰ੍ਹੇ ਤੋਂ ਲੈ ਕੇ 12ਵੇਂ ਵਰ੍ਹੇ ਤੱਕ ਤੁਰੀ ਜਾਂਦੀ ਹੈ। ਇਹ ਸ਼੍ਰੇਣੀ ਨੂੰ ਅਸੀਂ ਬਿਲਕੁਲ ਹੀ ਇਗਨੋਰ ਕੀਤਾ ਹੋਇਆ, ਲਿਟਰੇਚਰ 'ਚੋਂ ਕੱਢਿਆ ਹੀ ਹੋਇਆ। ਇਹ ਜਿਹੜਾ ਪ੍ਰਵਾਸ ਹੈ ਨਾ ਖਾਸ ਕਿਸਮ ਦਾ ਮਾਈਂਡ ਦਾ, ਇਸ ਪ੍ਰਵਾਸ ਨੂੰ ਤੋੜਨ ਵਾਲਾ, ਇਸ ਦੀ ਤਾਕਤ ਨੂੰ ਪਛਾਣਨ ਵਾਲਾ ਡਾਕਟਰ ਆਸ਼ਟ ਜਿਹੜਾ ਹੈ, ਪੰਜਾਬੀ ਦੇ ਵਿੱਚ ਹੀ ਨਹੀਂ ਬਲਕਿ ਹਿੰਦੁਸਤਾਨ 'ਚ ਪਹਿਲਾ ਬੰਦਾ ਹੈ ਜਿਹਨੇ ਇਸ ਲੋੜ ਨੂੰ ਮਹਿਸੂਸ ਕੀਤਾ ਕਿ ਜ਼ਿੰਦਗੀ ਸਿਰਫ ਉੱਪਰਲੇ ਬੰਦੇ ਨਹੀਂ ਜਿਉਂਦੇ, ਉੱਪਰਲੀ ਉਮਰ ਵਾਲੇ ਨਹੀਂ ਜਿਉਂਦੇ, 16 ਤੋਂ ਉੱਪਰਲੀ ਉਮਰ ਵਾਲੇ ਨਹੀਂ ਜਿਉਂਦੇ, ਬਲਕਿ ਜ਼ਿੰਦਗੀ ਉਹਨਾਂ ਦੀ ਵੀ ਹੈ, ਮਾਈਂਡ ਦੀ ਜ਼ਿੰਦਗੀ ਖਾਸ ਤੌਰ ਤੇ, ਮਾਈਂਡ ਦੇ ਕੰਸਰਨ ਜਿਹੜੇ ਨੇ ਖਾਸ ਤੌਰ ਤੇ ਉਹ ਇਹਨਾਂ ਲੋਕਾਂ 'ਚ ਵੀ ਹਨ ਜਿਨ੍ਹਾਂ ਨੂੰ ਅਸੀਂ ਬੱਚੇ ਸਮਝਦੇ ਹਾਂ। ਔਰ ਮੈਂ ਸਮਝਦਾ ਸਾਹਿਤ ਅਕਾਦਮੀ ਨੇ ਇਹਨਾਂ ਨੂੰ ਨਿਵਾਜ ਕੇ ਬਹੁਤ ਵੱਡਾ ਕੰਮ ਕੀਤਾ ਹੈ। ਮੈਂ ਇਸ ਗੱਲ ਦੀ ਉਹਨਾਂ ਨੂੰ ਵਧਾਈ ਵੀ ਦੇਣਾ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਜ਼ਰੂਰਤ ਨੂੰ, ਇਸ ਲੋੜ ਨੂੰ ਸਮਝਿਆ ਜਾਵੇ ਕਿ ਬੱਚਿਆਂ ਨੂੰ ਜਦ ਤੱਕ ਸਾਹਿਤ ਦਾ ਸਵਾਦ ਨਹੀਂ ਦਿਆਂਗੇ, ਸਾਹਿਤ ਦੀ ਉੱਚਤਾ ਦਾ ਪਤਾ ਨਹੀਂ ਦੇਵਾਂਗੇ, ਆਲੇ ਦੁਆਲੇ ਦਾ ਜਿਹੜਾ ਹੈਗਾ ਸਾਰੇ ਦੀ ਸਾਰੀ ਖੋਜਬੀਨ ਜਿਹੜੀ ਹੈ ਨਾ ਜ਼ਿੰਦਗੀ, ਉਹਦਾ ਅਸੀਂ ਦੁਨੀਆ ਨੂੰ, ਬੱਚਿਆਂ ਨੂੰ ਹੁਲਾਰਾ ਨਹੀਂ ਦੇਵਾਂਗੇ, ਬੱਚਿਆਂ ਨੂੰ ਇਹ ਸਮਝ ਹੀ ਨਹੀਂ ਆ ਸਕਦੀ ਬਚਪਨ ਕੀ ਹੁੰਦਾ ਹੈ, ਜਵਾਨੀ ਕੀ ਹੁੰਦੀ ਹੈ, ਬੁਢਾਪਾ ਕੀ ਹੁੰਦਾ ਹੈ। ਇਹ ਸਾਰੇ ਫੇਜ਼ਸ ਵਿੱਚੋਂ ਬੱਚੇ ਦਾ ਮਾਈਂਡ ਲੰਘੇ ਤਾਂ ਹੀ ਉਹਦੀ ਜਿਹੜੀ ਸੰਪੂਰਨ ਜਿਹੜੀ ਉਹਦੀ ਵਿਕਾਸ ਹੈ, ਜਿਹੜਾ ਉਹਦੀ ਡਿਵੈਲਪਮੈਂਟ ਹੈ ਉਹ ਹੁੰਦੀ ਹੈ। ਬੰਗਾਲੀ ਅਦਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਾਦੁਲ ਮਾਝੇ ਮਾਦੁਲ ਬਾਝੇ, ਬੱਦਲਾਂ ਦੇ ਵਿੱਚ ਮਿਰਦੰਗ ਵੱਜ ਰਹੀ ਹੈ। ਇਹ ਬਹੁਤ ਮਸ਼ਹੂਰ ਗੀਤ ਹੈ ਬੱਚਿਆਂ ਦਾ ਜਿਹੜਾ ਟੈਗੋਰ ਦਾ ਰਚਿਆ ਹੋਇਆ। ਕੀ ਸਾਡਿਆਂ ਬੋਲਾਂ 'ਤੇ ਵੀ ਕਦੇ ਇਸ ਕਿਸਮ ਦੇ ਗੀਤ ਥਿਰਕਣਗੇ? ਕੀ ਸਾਡੇ ਜਿਹੜੇ ਦਿੱਗਜ ਨੇ, ਸਾਡੇ ਵੱਡੇ ਜਿਹੜੇ ਲੇਖਕ ਨੇ, ਉਹ ਬੱਚਿਆਂ ਦੀ ਇਸ ਪਹੁੰਚ ਨੂੰ, ਬੱਚਿਆਂ ਵਾਲੇ ਇਸ ਪਹੁੰਚ ਨੂੰ ਅਪਣਾਉਣਗੇ? ਕਿ ਸਾਡੇ ਕੋਲੇ ਵੀ ਇਸ ਕਿਸਮ ਦੀ ਸੈਂਸਿਟੀਵਿਟੀ ਆਏਗੀ ਕਿ ਬੱਚਿਆਂ ਦੇ ਮਾਈਂਡ ਨੂੰ ਅਸੀਂ ਓਨ ਕਰੀਏ, ਬੱਚਿਆਂ ਦੀਆਂ ਭਾਵਨਾਵਾਂ ਨੂੰ ਅਸੀਂ ਓਨ ਕਰੀਏ, ਉਹਨਾਂ ਦੇ ਸੁਪਨਿਆਂ ਨੂੰ ਅਸੀਂ ਓਨ ਕਰੀਏ, ਉਹਨਾਂ ਦੀਆਂ ਮੁਹੱਬਤਾਂ, ਉਹਨਾਂ ਦੇ ਪਿਆਰ, ਉਹਨਾਂ ਦੇ ਖੇਲਾਂ ਨੂੰ ਅਸੀਂ ਓਨ ਕਰੀਏ ਤਾਂ ਉਹਨਾਂ ਨੂੰ ਸਾਹਿਤ ਦੇ ਵਿੱਚ ਥਾਂ ਦੇਈਏ। ਮੈਂ ਸਮਝਦਾ ਕਿ ਦਰਸ਼ਨ ਸਿੰਘ ਆਸ਼ਟ ਇੱਕ ਦਿਨ ਦੁਨੀਆ ਦੇ ਵਿੱਚ ਬਹੁਤ ਪ੍ਰਸਿੱਧ ਜੂਵੇਨਾਈਲ ਲਿਟਰੇਚਰ ਦਾ ਬਹੁਤ ਹੀ ਵੱਡਾ ਨਾਂ ਹੋਵੇਗਾ। ਇਸ ਦੁਆ ਦੇ ਨਾਲ ਮੈਂ ਉਸ ਪਿਆਰੇ ਦੋਸਤ ਨੂੰ ਬਹੁਤ ਬਹੁਤ ਵਧਾਈ ਦਿੰਦਾ। ਡਾਕਟਰ ਦਰਸ਼ਨ ਸਿੰਘ ਆਸ਼ਟ ਦੀ ਬਾਲ ਸਾਹਿਤ ਪ੍ਰਤੀ ਨਿਸ਼ਠਾ ਤੇ ਪ੍ਰਤੀਬੱਧਤਾ ਕਾਰਨ ਬਾਲ ਸਾਹਿਤ ਦੇ ਕਈ ਪ੍ਰੋਜੈਕਟਾਂ ਤੇ ਉਸ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜਿਸ ਵਿੱਚ ਭਾਰਤ ਸਰਕਾਰ ਦੇ ਸੱਭਿਆਚਾਰਕ ਵਿਭਾਗ ਲਈ ਪੰਜਾਬੀ ਬਾਲ ਸਾਹਿਤ ਸਥਿਤੀ ਅਤੇ ਸੰਭਾਵਨਾਵਾਂ
ਵਿਸ਼ੇ ਤੇ 2 ਸਾਲਾ ਪ੍ਰੋਜੈਕਟ ਪੰਜਾਬੀ ਬਾਲ ਸਾਹਿਤ ਲੇਖਕ ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਜ਼ਿਕਰਯੋਗ ਪ੍ਰੋਜੈਕਟ ਹਨ। ਤੁਸੀਂ ਲਗਭਗ 30-35 ਸਾਲ ਤੋਂ ਲਗਾਤਾਰ ਬਾਲ ਸਾਹਿਤ ਦੀ ਸਿਰਜਣਾ ਕਰ ਰਹੇ ਹੋ। ਤੁਸੀਂ ਅੱਜ ਜਿਹੜਾ ਮੌਜੂਦਾ ਆਪਦੀ ਕਿੱਤੇ ਬਾਰੇ ਤੇ ਜੋ ਬਾਲ ਸਾਹਿਤ ਲਈ ਤੁਸੀਂ ਕਰ ਰਹੇ ਹੋ ਜਾਂ ਭਵਿੱਖ ਦੇ ਵਿੱਚ ਤੁਸੀਂ ਬਣਾਇਆ ਹੋਇਆ ਕਿ ਇਹ ਕਰਨਾ ਹੈ, ਉਸ ਬਾਰੇ ਸਾਨੂੰ ਜਾਣਕਾਰੀ ਦਿਓ। ਜਿੱਥੋਂ ਤੱਕ ਮੇਰੇ ਕਿੱਤੇ ਦਾ ਸੰਬੰਧ ਹੈ ਜੀ, ਮੈਂ ਪਹਿਲਾਂ ਬਿਜਲੀ ਬੋਰਡ ਵਿੱਚ ਇੱਕ ਦਿਹਾੜੀਦਾਰ ਕਰਮਚਾਰੀ ਰਿਹਾ ਹਾਂ ਜੀ, ਜਿਹਨੂੰ ਆਪਾਂ ਡੇਲੀ ਬੇਸਿਸ ਤੇ ਕਹਿੰਦੇ ਹਾਂ ਜੀ। ਉਸ ਤੋਂ ਬਾਅਦ ਮੈਂ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਦੇ ਵਿੱਚ ਇੱਕ ਵਕੀਲ ਦਾ ਮੁਨਸ਼ੀ ਰਿਹਾ ਹਾਂ ਜੀ। ਫਿਰ ਮੈਂ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਦੇ ਵਿੱਚ ਹੀ ਆਪਣਾ ਟਾਈਪ ਰਾਈਟਰ ਰੱਖ ਕੇ ਮੈਂ ਉੱਥੇ ਟਾਈਪ ਕਰਦਾ ਰਿਹਾ ਹਾਂ ਤਕਰੀਬਨ 1.5-2 ਸਾਲ ਜੀ। ਉਸ ਤੋਂ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਤੌਰ ਸਟੈਨੋਟਾਈਪਿਸਟ ਮੈਂ ਭਰਤੀ ਹੋਇਆ ਸੀ 1986 ਦੇ ਵਿੱਚ ਜੀ। ਔਰ ਅੱਜ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੰਮ ਕਰ ਰਿਹਾ ਹਾਂ ਤੇ ਮੇਰਾ ਜਿਹੜਾ ਮੌਜੂਦਾ ਕਿੱਤਾ ਹੈ ਉਹ ਮੈਂ ਇਸ ਵੇਲੇ ਸੀਨੀਅਰ ਸਟੈਨੋਗ੍ਰਾਫਰ ਹਾਂ ਜੀ। ਔਰ ਜਿੱਥੋਂ ਤੱਕ ਮੇਰੇ ਮੌਜੂਦਾ ਪਰਿਵਾਰ ਦਾ ਸੰਬੰਧ ਹੈ, ਮੇਰੇ ਮਿਸਿਜ ਡਾਕਟਰ ਰਾਜਵੰਤ ਕੌਰ ਪੰਜਾਬੀ, ਉਹ ਵੀ ਪੰਜਾਬੀ ਦੇ ਇੱਕ ਸੱਭਿਆਚਾਰਕ ਪਿੜ ਦੇ ਨਾਲ ਜੁੜੇ ਹੋਏ ਜੋ ਲੇਖਕ ਹਨ ਔਰ ਤਕਰੀਬਨ 12 ਪੁਸਤਕਾਂ ਨੇ ਇਹਨਾਂ ਦੀਆਂ ਉਹ ਛਪ ਚੁੱਕੀਆਂ ਨੇ ਔਰ ਉਹ ਵੀ ਕਿੱਤੇ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੇ ਨੇ। ਔਰ ਮੇਰੀ ਬੇਟੀ ਹੈ ਵੱਡੀ ਰਵੀ ਦਰਸ਼ਦੀਪ ਕੌਰ, ਜਿਹੜੀ ਇਸ ਵੇਲੇ ਗੁੜਗਾਉਂ ਜੌਬ ਕਰ ਰਹੀ ਹੈ ਤੇ ਮੇਰਾ ਬੇਟਾ ਦੇਵਦਰਸ਼ਦੀਪ ਸਿੰਘ ਉਹ ਦਿੱਲੀ ਸਟੱਡੀ ਕਰ ਰਿਹਾ ਹੈ। ਔਰ ਮੇਰੇ ਮਾਤਾ ਜੀ ਉਹ ਘੱਗੇ ਪਿੰਡ ਵਿੱਚ ਹੀ ਰਹਿੰਦੇ ਨੇ, ਕਿਉਂਕਿ ਮੇਰੀਆਂ 3 ਭੈਣਾਂ ਨੇ ਜੀ ਔਰ 5 ਭਰਾ ਹਾਂ ਅਸੀਂ, ਤੇ ਬਾਕੀ ਮੇਰੇ 4 ਭਰਾ ਘੱਗੇ ਹੀ ਰਹਿੰਦੇ ਨੇ ਤੇ ਮੇਰੇ ਮਾਤਾ ਜੀ ਵੀ ਉਹਨਾਂ ਕੋਲ ਹੀ ਉੱਥੇ ਰਹਿੰਦੇ ਨੇ ਤੇ ਕਦੇ ਕਦੇ ਉਹ ਸਾਡੇ ਪਾਸ ਆ ਜਾਂਦੇ ਨੇ। ਤੇ ਇੰਨਾ ਕੁ ਜਿਹੜਾ ਸਾਡਾ ਮਤਲਬ ਪਰਿਵਾਰਕ ਜਿਹੜੀ ਸਾਡੀ ਬਗੀਚੀ ਹੈ ਉਸ ਦੇ ਵਿੱਚ ਜਿਹੜਾ ਹੈ ਆਪਣੇ ਜਿਹੜੇ ਕੰਮ ਨੇ ਲਿਟਰੇਰੀ ਕੰਮ ਨੇ ਜਿਹੜੇ ਉਹ ਵੀ ਮੈਂ ਕਰਦਾ ਰਹਿੰਦਾ ਹਾਂ ਜੀ। ਆਪਣੇ ਕਿੱਤੇ ਦੇ ਨਾਲ ਨਾਲ ਜੌਬ ਦੇ ਨਾਲ ਨਾਲ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਸਤੇ ਪੰਜਾਬੀ ਬਾਲ ਸਾਹਿਤ ਲੇਖਕਾਂ ਦਾ ਇੱਕ ਕੋਸ਼ ਹੈ ਜਿਹੜਾ ਉਹ ਮੈਂ ਤਿਆਰ ਕਰ ਰਿਹਾ ਹਾਂ। ਔਰ ਇਸ ਤੋਂ ਇਲਾਵਾ ਪਟਿਆਲੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੁੰਦੇ ਸਨ ਸਰਦਾਰ ਜੀ.ਕੇ. ਸਿੰਘ IAS, ਉਹਨਾਂ ਨੇ ਜਦੋਂ ਪਟਿਆਲੇ ਬਤੌਰ DC ਚਾਰਜ ਸੰਭਾਲਿਆ ਤਾਂ ਉਹਨਾਂ ਨੇ ਮੇਰੇ ਕੋਲੋਂ ਇੱਕ ਬੱਚਿਆਂ ਦਾ ਮੈਗਜ਼ੀਨ ਐਡਿਟ ਕਰਵਾਉਣਾ ਸ਼ੁਰੂ ਕੀਤਾ ਪੰਜਾਬੀ ਦੇ ਵਿੱਚ, ਬਾਲਪ੍ਰੀਤ। ਔਰ ਅੱਜ ਵੀ ਉਹ ਜਿਹੜਾ ਬੱਚਿਆਂ ਦਾ ਮੈਗਜ਼ੀਨ ਹੈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ IAS ਉਹਨਾਂ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਉਸ ਨੂੰ ਮੈਂ ਐਡਿਟ ਕਰ ਰਿਹਾ ਹਾਂ। ਪੰਜਾਬੀ ਦਾ ਪਹਿਲਾ ਜਿਹੜਾ 4 ਰੰਗਾ ਮੈਗਜ਼ੀਨ ਹੈ ਜਿਹੜਾ ਸਕੂਲਾਂ ਦੇ ਵਿੱਚ ਉਹ ਜਾਂਦਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਔਰ ਜਿਹੜੇ ਅਧਿਆਪਕ ਲੇਖਕ ਨੇ ਬਾਲ ਸਾਹਿਤ ਦੇ ਲੇਖਕ ਨੇ ਉਹ ਇਸ ਮੈਗਜ਼ੀਨ ਦੇ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਜਿਹੜੇ ਕੁਝ ਹੋਰ ਸਾਹਿਤ ਕਾਰਜ ਨੇ, ਕੁਝ ਹੋਰ ਕਿਉਂਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਨਾਲ ਵੀ ਮੈਂ ਪਿਛਲੇ 5 ਸਾਲਾਂ ਤੋਂ ਬਤੌਰ ਮੁੱਖ ਸੇਵਾਦਾਰ ਮੈਂ ਕੰਮ ਕਰ ਰਿਹਾ ਹਾਂ ਔਰ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ 150 ਦੇ ਕਰੀਬ ਲੇਖਕ ਹਨ ਔਰ ਪਿਛਲੇ ਸਾਲ ਹੀ ਅਸੀਂ ਇੱਕ ਕਿਤਾਬ ਐਡਿਟ ਕੀਤੀ ਕਲਮ ਕਾਫਲਾ, ਜਿਹਦੇ ਵਿੱਚ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ 127 ਲੇਖਕਾਂ ਦੀਆਂ ਰਚਨਾਵਾਂ ਨੇ ਜਿਹੜੀਆਂ ਉਹ 660 ਪੰਨਿਆਂ ਦੇ ਉੱਪਰ ਅਸੀਂ ਛਾਪੀਆਂ। ਔਰ ਉਸ ਪੁਸਤਕ ਦਾ ਬੜਾ ਨੋਟਿਸ ਲੈਂਦਿਆਂ ਅਖਬਾਰਾਂ ਨੇ, ਆਲੋਚਕਾਂ ਨੇ ਇਹ ਕਿਹਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਜੇ ਕੋਈ ਵੱਡੀ ਪੁਸਤਕ ਹੁਣ ਤੱਕ ਕਿਸੇ ਸਾਹਿਤ ਸਭਾ ਦੀ ਛਪੀ ਹੈ ਉਹ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਹੈ। ਸੋ ਇਸ ਤਰ੍ਹਾਂ ਜਿਹੜੇ ਕਾਰਜ ਨੇ ਛੋਟੇ ਮੋਟੇ ਉਹ ਅਸੀਂ ਕਰਦੇ ਜਾ ਰਹੇ ਹਾਂ। ਸਾਂਝੇ ਸੰਗ੍ਰਹਿ, ਸੰਪਾਦਨ, ਅਨੁਵਾਦ ਤੇ ਮੌਲਿਕ ਸੰਗ੍ਰਹਿ ਸਮੇਤ ਡਾਕਟਰ ਦਰਸ਼ਨ ਸਿੰਘ ਆਸਟ ਹੁਣ ਤੱਕ ਪੰਜਾਬੀ ਤੇ ਹਿੰਦੀ ਵਿੱਚ ਲਗਭਗ 70 ਕਿਤਾਬਾਂ ਬਾਲ ਸਾਹਿਤ ਦੀ ਝੋਲੀ ਪਾ ਚੁੱਕਾ ਹੈ, ਜਿਨ੍ਹਾਂ ਦਾ ਸਾਹਿਤ ਜਗਤ ਵਿੱਚ ਵਿਸ਼ੇਸ਼ ਜ਼ਿਕਰਯੋਗ ਸਥਾਨ ਹੈ। ਡਾਕਟਰ ਆਸਟ ਦੇ ਲੜੀਵਾਰ ਕਾਲਮ ਪੰਜਾਬੀ ਦੇ ਸਾਰੇ ਹੀ ਅਖਬਾਰਾਂ ਨੇ ਬੜੇ ਮਾਣ ਨਾਲ ਛਾਪੇ ਹਨ। ਡਾਕਟਰ ਦਰਸ਼ਨ ਸਿੰਘ ਆਸਟ ਦੁਆਰਾ ਸਮੇਂ-ਸਮੇਂ ਤੇ
ਬਾਲ ਸਾਹਿਤ ਦੀਆਂ ਲੋੜਾਂ, ਸਥਿਤੀਆਂ, ਸੁਭਾਵਨਾਵਾਂ ਆਦਿ ਵਿਸ਼ਿਆਂ ਤੇ ਲਿਖੇ ਵਿਚਾਰਵਾਨ, ਮਜ਼ਬੂਨ ਤੇ ਖੋਜ ਪੱਤਰ ਭਾਰਤ ਤੇ ਵਿਦੇਸ਼ਾਂ ਵਿੱਚ ਛਪਦੇ ਮੈਗਜ਼ੀਨਾਂ ਵਿੱਚ ਛਪਦੇ ਰਹੇ ਹਨ, ਜਿਨ੍ਹਾਂ ਵਿੱਚ ਅਕਸ, ਪੰਜਾਬੀ ਦੁਨੀਆ, ਖੋਜ ਪੱਤਰਿਕਾ, ਕੌਮੀ ਏਕਤਾ, ਜਾਗਰਤੀ, ਸਮਕਾਲ ਸਾਹਿਤ, ਪੰਜਾਬੀ ਸਿੱਖਿਆ ਸੰਦੇਸ਼, ਸਾਂਝ, ਲਹਿਰਾਂ, ਸਰਗੀ, ਮੇਰੀ ਬੋਲੀ ਮੇਰਾ ਧਰਮ, ਬਾਲ ਸਾਹਿਤਿਆ ਸਮੀਖਿਆ WIC ਵਰਣਨਯੋਗ ਹਨ। ਇਸ ਤੋਂ ਇਲਾਵਾ ਡਾਕਟਰ ਆਸ਼ਟ ਨੇ ਵੱਖ-ਵੱਖ ਅੰਤਰਰਾਸ਼ਟਰੀ, ਰਾਸ਼ਟਰੀ ਕਾਨਫਰੰਸਾਂ, ਸੈਮੀਨਾਰਾਂ ਵਿੱਚ ਪੰਜਾਬੀ ਸਾਹਿਤ, ਭਾਸ਼ਾ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਸੰਬੰਧੀ 40 ਤੋਂ ਵੱਧ ਖੋਜ ਪੱਤਰ ਪੜ੍ਹ ਕੇ ਬਾਲ ਸਾਹਿਤ ਦੀ ਲੋੜ ਨੂੰ ਬਿਆਨਿਆ ਹੈ। ਇਹ ਮਾਂ ਬੋਲੀ ਵੀ ਦੂਰ ਹੁੰਦੀ ਜਾ ਰਹੀ ਹੈ, ਬੱਚਿਆਂ ਦੀ ਭਾਸ਼ਾ ਵੀ ਦੂਰ ਹੁੰਦੀ ਜਾ ਰਹੀ ਹੈ, ਬੱਚਿਆਂ ਦਾ ਜਿਹੜਾ ਵਿਰਸਾ ਸੀਗਾ, ਸਾਡੀਆਂ ਲੋਰੀਆਂ ਸੀ, ਸਾਡੀਆਂ ਬਾਤਾਂ ਸੀ, ਉਹ ਵੀ ਜਿਹੜੀ ਪਰੰਪਰਾ ਹੈ ਉਹ ਕਿਧਰੇ ਪਿਛਾਂਹ ਹੁੰਦੀ ਜਾ ਰਹੀ ਹੈ। ਤਾਂ ਮੈਂ ਸੋਚਿਆ ਕਿ ਮੈਨੂੰ ਬਾਲ ਸਾਹਿਤ ਵਾਸਤੇ ਹੀ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਸਾਡੀ ਜਿਹੜੀ ਉਹ ਅਨਮੋਲ ਵਿਰਾਸਤ ਹੈ ਲੋਕ ਧਾਰਾ ਦੀ, ਲੋਕ ਸਾਹਿਤ ਦੀ, ਔਰ ਜਿਹੜੀਆਂ ਬੜੀਆਂ ਦਿਲਚਸਪ ਬਾਤਾਂ ਸੀ ਉਹਨਾਂ ਨੂੰ ਫਿਰ ਮੈਂ ਨਵੇਂ ਤਰੀਕੇ ਦੇ ਨਾਲ ਲਿਖਿਆ। ਕੁਝ ਫਿਰ ਮੈਂ ਬੱਚਿਆਂ ਲਈ ਮੌਲਿਕ ਸਿਰਜਣਾ ਕੀਤੀ ਅਤੇ ਫਿਰ ਮੈਂ ਬੱਚਿਆਂ ਵਾਸਤੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਮੇਰਾ ਬਾਲ ਸਾਹਿਤ ਦੇ ਵਿੱਚ ਆਉਣ ਦਾ ਜਿਹੜਾ ਬੁਨਿਆਦੀ ਮਨੋਰਥ ਸੀ ਉਹ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਭਾਸ਼ਾ ਦੇ ਨਾਲ ਜੋੜੀਏ, ਉਹਨਾਂ ਦੇ ਸਾਹਿਤ ਨਾਲ ਜੋੜੀਏ, ਉਹਨਾਂ ਦੇ ਪਿਛੋਕੜ ਨਾਲ ਜੋੜੀਏ। ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਵਾਕਫੀਅਤ ਕਰਵਾਵਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਬਾਲ ਸਾਹਿਤ ਹੈ ਉਹ ਉਸ ਦਾ ਜਿਹੜਾ ਮਨੋਰਥ ਹੈ ਉਹ ਸਹੀ ਦਿਸ਼ਾ ਵੱਲ ਜਾਏਗਾ ਜੀ। ਡਾਕਟਰ ਦਰਸ਼ਨ ਸਿੰਘ ਆਸ਼ਟ ਦਾ ਸਮਕਾਲੀ ਸਾਹਿਤਕਾਰਾਂ ਵਿੱਚ ਇਹ ਸਨਮਾਨ ਹੀ ਹੈ ਕਿ ਪੰਜਾਬੀ ਸਾਹਿਤ ਸਭਾ ਰਜਿਸਟਰਡ ਪਟਿਆਲਾ ਦਾ 2010 ਤੋਂ ਹੁਣ ਤੱਕ ਸਰਬਸੰਮਤੀ ਨਾਲ ਪ੍ਰਧਾਨ ਚੱਲਿਆ ਆ ਰਿਹਾ ਹੈ। ਇਸ ਤੋਂ ਇਲਾਵਾ ਡਾਕਟਰ ਆਸ਼ਟ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਪੰਜਾਬ, ਪੰਜਾਬੀ ਲੇਖਕ ਸਭਾ ਸੇਖੋਂ ਪਰਕਸ ਲੁਧਿਆਣਾ, ਐਸੋਸੀਏਸ਼ਨ ਆਫ ਰਾਈਟਰਸ ਐਂਡ ਇਲਸਟ੍ਰੇਟਰਸ ਫਾਰ ਚਿਲਡਰਨ ਨਵੀਂ ਦਿੱਲੀ ਦਾ ਜੀਵਨ ਮੈਂਬਰ ਹੈ। ਇਸ ਤੋਂ ਇਲਾਵਾ ਡਾਕਟਰ ਆਸ਼ਟ ਹੋਰ ਵੀ ਕਈ ਸੰਸਥਾਵਾਂ ਨਾਲ ਪੂਰੇ ਤੌਰ ਤੇ ਜੁੜਿਆ ਹੋਇਆ ਹੈ, ਜਿਨ੍ਹਾਂ ਵਿੱਚ ਰਾਜ ਸਲਾਹਕਾਰ ਬੋਰਡ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਬਾਲ ਸਾਹਿਤ ਸੱਤ ਪਟਿਆਲਾ, ਪੰਜਾਬੀ ਬਾਲ ਸਾਹਿਤ ਅਕਾਦਮੀ ਪੰਜਾਬ, ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਕਰਵਾਏ ਜਾਂਦੇ ਵਿਦਿਅਕ ਮੁਕਾਬਲਿਆਂ ਦੀ 1995 ਤੋਂ ਹੁਣ ਤੱਕ ਨਿਰੰਤਰ ਜੱਜਮੈਂਟ ਕਰਦਾ ਆ ਰਿਹਾ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾਂਦੇ ਸਾਹਿਤਕ ਕੁਇਜ਼ ਮੁਕਾਬਲਿਆਂ ਦੀ 1996 ਤੋਂ ਹੁਣ ਤੱਕ ਜੱਜਮੈਂਟ ਕਰਦਾ ਆ ਰਿਹਾ ਹੈ। ਉਹ ਪੰਜਾਬੀ ਪਾਠ ਪੁਸਤਕ ਸਿਲੇਬਸ ਕਮੇਟੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦਾ ਮੈਂਬਰ ਹੈ। ਪੰਜਾਬੀ ਜੀ, ਤੁਸੀਂ ਵੀ ਇੱਕ ਬਹੁਤ ਹੀ ਵਧੀਆ ਸਾਹਿਤਕਾਰ ਹੋ, ਤੁਹਾਡਾ ਵੀ ਪੰਜਾਬੀ ਸਾਹਿਤ ਦੇ ਵਿੱਚ ਨਾਮ ਹੈ, ਔਰ ਦਰਸ਼ਨ ਸਿੰਘ ਆਸ਼ਟ ਜੀ ਵੀ ਸਾਹਿਤਕਾਰ ਨੇ। ਕਿਹਾ ਜਾਂਦਾ ਹੈ ਕਿ ਲਿਖਣ ਲਈ ਬਹੁਤ ਜ਼ਿਆਦਾ ਪੜ੍ਹਨਾ ਪੈਂਦਾ ਹੈ ਜੀ, ਅਤੇ ਨੈਚੁਰਲ ਹੈ ਕਿ ਤੁਸੀਂ ਵੀ ਬਹੁਤ ਜ਼ਿਆਦਾ ਪੜ੍ਹਦੇ ਹੋ, ਆਸ਼ਾ ਵੀ ਬਹੁਤ ਜ਼ਿਆਦਾ ਪੜ੍ਹਦੇ ਨੇ, ਅਤੇ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਹੈ ਉਹਨਾਂ ਦਾ ਬਾਰੇ ਦੱਸੋ ਸਾਨੂੰ, ਵੀ ਵੰਡੀਆਂ ਹੋਈਆਂ ਜਾਂ ਕਿਸ ਤਰ੍ਹਾਂ ਦਾ ਮਾਹੌਲ ਹੈਗਾ? ਮੈਂ ਦੱਸਾਂ, ਜਦੋਂ ਮੈਂ PhD ਕੀਤੀ ਨਾ
ਤਾਂ ਮੇਰਾ ਟੌਪਿਕ ਸੀ ਖੇਤਰੀ ਕਾਰਜ ਨਾਲ ਸੰਬੰਧਿਤ ਸੀ ਪੰਜਾਬ ਦੇ ਵਿਆਹ ਸਮੇਂ ਦੇ ਲੋਕ ਗੀਤਾਂ ਵਿੱਚ ਭਾਵ ਸੰਚਾਰ। ਜੀ ਉਹਦੇ ਲਈ ਖੇਤਰੀ ਕਾਰਜ ਕਰਨਾ ਪੈਣਾ ਸੀ, ਪਰ ਮੈਂ ਉਦੋਂ ਨੌਨ ਟੀਚਿੰਗ ਜੌਬ 'ਚ ਸੀ। 9 ਤੋਂ 5 ਜੌਬ ਹੁੰਦੀ ਸੀ ਅਤੇ ਵਾਪਸ ਘਰੇ ਆ ਕੇ ਫਿਰ ਬੱਚਿਆਂ ਦੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਤਾਂ ਦੇਰ ਰਾਤ ਪੜ੍ਹਨਾ। ਅਤੇ ਸ਼ਨੀਵਾਰ ਅਤੇ ਐਤਵਾਰ ਮੈਂ ਖੇਤਰੀ ਕਾਰਜ ਲਈ ਰੱਖਦੀ ਹੁੰਦੀ ਸੀਗੀ। ਜੀ ਆਸ਼ ਸਾਹਿਬ ਦੀ ਫੈਮਿਲੀ ਵਿੱਚ ਇਹ 5 ਭਰਾ ਨੇ, 3 ਭੈਣਾਂ ਨੇ ਅਤੇ 7 ਨਹੀਂ ਪੜ੍ਹੇ ਹੋਏ। ਇਹ ਇਕੱਲੇ ਪੜ੍ਹੇ ਲਿਖੇ ਨੇ, ਪਰ ਅਸੀਂ ਦੋਨੋਂ ਜਾਣੇ ਸਮਾਜ ਵਿੱਚ ਰਹਿੰਦੇ ਹਾਂ। ਇਸ ਗੱਲ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਕਬੂਲ ਕਰਦੇ ਹਾਂ ਕਿ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਸਾਨੂੰ। ਤਾਂ ਉੱਧਰੋਂ ਮੇਰੇ ਪਰਿਵਾਰ 'ਚ ਵੀ ਵੱਡਾ ਪਰਿਵਾਰ ਹੈ, ਪਰ ਦੋਨਾਂ ਪਰਿਵਾਰਾਂ 'ਚੋਂ ਵੀ ਜਿਸ ਨੂੰ ਵੀ ਜ਼ਰੂਰਤ ਹੁੰਦੀ ਹੈ ਸਾਡੀ, ਤਾਂ ਅਸੀਂ ਆਪਣੇ ਸਾਰੇ ਕੰਮ ਸਮਾਜਿਕ ਛੱਡ ਕੇ, ਆਪਦੇ ਪਰਿਵਾਰ ਦੇ ਛੱਡ ਕੇ, ਸਾਹਿਤ ਸਿਰਜਣਾ ਛੱਡ ਕੇ ਅਸੀਂ ਉਹਨਾਂ ਕੰਮਾਂ ਨੂੰ ਪਹਿਲ ਦਿੰਦੇ ਹਾਂ। ਅਤੇ ਪਰ ਜਦੋਂ ਕੋਈ ਉਹ ਜ਼ਿੰਮੇਵਾਰੀਆਂ ਨਾ ਹੋਣ ਤਾਂ ਫਿਰ ਅਸੀਂ ਆਪਣਾ ਮੁੱਖ ਜਿਹੜਾ ਮਕਸਦ ਹੈ ਉਹ ਸਾਹਿਤ ਰਚਨਾ ਦੇ ਨਾਲ ਅਸੀਂ ਜੁੜੇ ਰਹਿੰਦੇ ਹਾਂ। ਜੀ ਡਾਕਟਰ ਦਰਸ਼ਨ ਸਿੰਘ ਆਸਟ ਦੇ ਸਾਹਿਤ ਸੰਸਾਰ ਦਾ ਖੇਤਰ ਨਿਵੇਕਲਾ ਹੈ, ਜਿਸ ਵਿੱਚ ਆਸਟ ਨਿਰੰਤਰ ਆਪਣੇ ਭਾਵਾਂ ਨੂੰ ਬਾਲ ਮਨ ਦੇ ਹਾਣ ਦਾ ਬਣਾ ਕੇ ਸਿਰਜਣਾ ਕਰ ਰਿਹਾ ਹੈ। ਇਸ ਸਿਰਜਣਾ ਦੀ ਬਦੌਲਤ ਹੀ ਉਸ ਨੂੰ ਸਾਹਿਤ ਸਭਾਵਾਂ, ਸੰਸਥਾਵਾਂ ਤੇ ਸਰਕਾਰਾਂ ਨੇ ਸਮੇਂ-ਸਮੇਂ ਸਨਮਾਨਿਆ ਹੈ, ਜਿਸ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 1996-97 ਦੇ ਕਰਵਾਏ ਗਏ ਬਾਲ ਸਾਹਿਤ ਮੁਕਾਬਲਿਆਂ ਵਿੱਚ ਖਰੜੇ ਚੰਗੀਆਂ ਆਦਤਾਂ ਨੂੰ ਪਹਿਲਾ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 1988-99 ਵਿੱਚ ਕਰਾਏ ਗਏ ਬਾਲ ਸਾਹਿਤ ਮੁਕਾਬਲਿਆਂ ਵਿੱਚ ਖਰੜੇ ਸਾਡੇ ਹਾਣੀ ਨੂੰ ਦੂਜਾ ਪੁਰਸਕਾਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਬਾਲ ਸਾਹਿਤ ਲੇਖਕ ਪੁਰਸਕਾਰ, ਭਾਰਤੀ ਬਾਲ ਕਲਿਆਣ ਸੰਸਥਾਨ ਰਜਿਸਟਰਡ ਕਾਨਪੁਰ ਵੱਲੋਂ ਪੰਜਾਬੀ ਬਾਲ ਸਾਹਿਤ ਲੇਖਕ ਵਜੋਂ ਪੁਰਸਕਾਰ, ਗੁਰੂ ਅਰਜਨ ਕੀਰਤਨ ਮੰਡਲ ਪਟਿਆਲਾ ਵੱਲੋਂ ਬਾਲ ਸਾਹਿਤ ਪੁਰਸਕਾਰ, ਪੰਜਾਬੀ ਸਾਹਿਤ ਸਭਾ ਪਟਿਆਲਾ ਅਤੇ ਮਾਸਿਕ ਕਲਾਕਾਰ ਚੰਡੀਗੜ੍ਹ ਵੱਲੋਂ ਬਾਲ ਸਾਹਿਤ ਲੇਖਕ ਵਜੋਂ ਪੁਰਸਕਾਰ, ਪੰਜਾਬੀ ਸੱਥ ਲਾਂਬੜਾ ਜਲੰਧਰ ਵੱਲੋਂ 1997 ਦਾ ਪ੍ਰਿੰਸੀਪਲ ਤਰਲੋਚਨ ਸਿੰਘ ਭਾਟੀਆ ਬਾਲ ਸਾਹਿਤ ਪੁਰਸਕਾਰ, ਅਮਰੀਕਨ ਬਾਇਓਗ੍ਰਾਫਿਕਲ ਇੰਸਟੀਚਿਊਟ USA ਵੱਲੋਂ ਇੰਟਰਨੈਸ਼ਨਲ ਮੈਡਲ ਆਫ ਵਿਜ਼ਨ ਪੁਰਸਕਾਰ, ਡਾਕਟਰ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ ਆਗਰਾ ਵੱਲੋਂ ਬਾਲ ਸਾਹਿਤ ਲੇਖਕ ਸਨਮਾਨ, ਸਰਹੱਦੀ ਸਾਹਿਤ ਸਭਾ ਅੰਮ੍ਰਿਤਸਰ ਵੱਲੋਂ ਬਾਲ ਸਾਹਿਤ ਲੇਖਕ ਸਨਮਾਨ ਸੰਨ 2001, ਭਾਸ਼ਾ ਵਿਭਾਗ ਪੰਜਾਬ ਵੱਲੋਂ ਬਾਲ ਗੀਤ ਪੁਸਤਕ ਉੱਪਰ ਸਾਲ 2001 ਲਈ 5000 ਰੁਪਏ ਦਾ ਸਰਵੋਤਮ ਸ੍ਰੀ ਗੁਰੂ ਹਰਕ੍ਰਿਸ਼ਨ ਬਾਲ ਸਾਹਿਤ ਪੁਰਸਕਾਰ, ਰੋਜ਼ਾਨਾ ਆਸ਼ਿਆਨਾ ਪਟਿਆਲਾ ਵੱਲੋਂ ਦਰਸ਼ਨ ਸਿੰਘ ਆਸਟ ਵਿਸ਼ੇਸ਼ ਅੰਕ 1999, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੁਸਤਕ ਬਾਲ ਗੀਤ ਉੱਪਰ 10,000 ਰੁਪਏ ਦਾ ਸਰਵੋਤਮ ਮਾਤਾ ਜਸਵੰਤ ਕੌਰ ਪੰਜਾਬੀ ਬਾਲ ਸਾਹਿਤ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2004 ਲਈ 1 ਲੱਖ ਰੁਪਏ ਦਾ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਪੁਰਸਕਾਰ, ਮਾਸਿਕ ਪੰਖੇਰੂ ਲਾਹੌਰ ਦਾ ਜਨਵਰੀ 2005 ਅੰਕ ਦਰਸ਼ਨ ਸਿੰਘ ਆਸਟ ਦੇ ਨਰਸਰੀ ਗੀਤ ਵਿਸ਼ੇਸ਼ ਅੰਕ, ਭਾਸ਼ਾ ਵਿਭਾਗ ਪੰਜਾਬ ਵੱਲੋਂ ਬੰਟੀ ਕੀ ਸੂਝ ਪੁਸਤਕ ਉੱਪਰ ਸਾਲ 2004 ਲਈ 5000 ਰੁਪਏ ਦਾ ਸਰਵੋਤਮ ਬਾਲ ਸਾਹਿਤ ਪੁਰਸਕਾਰ, ਇੰਸਟੀਚਿਊਟ ਆਫ ਪੰਜਾਬੀ ਚਿਲਡਰਨ ਲਿਟਰੇਰੀ ਬੋਰਡ ਲਾਹੌਰ ਵੱਲੋਂ ਬਾਲ ਅਦਬੀ ਅਵਾਰਡ, ਬਾਲ ਚੇਤਨਾ ਜੈਪੁਰ ਵੱਲੋਂ ਮੋਤੀ ਮਿਸ਼ਰੀ ਬਾਲ ਸਾਹਿਤ ਪੁਰਸਕਾਰ 2006, ਪੰਡਿਤ ਸੋਨ ਲਾਲ द्विवेदी ਬਾਲ ਸਾਹਿਤ ਪੁਰਸਕਾਰ ਚਿਤੌੜਗੜ੍ਹ 2008, ਮਹਾਕਾਲੀ ਸਾਹਿਤਿਆ ਸੰਗਮ ਕੰਚਨਪੁਰ ਨੇਪਾਲ ਵੱਲੋਂ
बाल साहित्यन सम्मान 2010, समन्वय सहारनपुर उत्तर प्रदेश बाल साहित्यिक लेखक सम्मान 2010, मसूद खद्दर पोस्ट ट्रस्ट लाहौर ਵੱਲੋਂ पंजाबी पुरस्कार 2011, सरदार मेहर सिंह रवेल मैमोरीअल चैरिटेबल सुसाइटी चंडीगढ़ ਵੱਲੋਂ मेहर सिंह यादगारी पंजाबी साहित्यिक पत्रकारी पुरस्कार, साहित्य अकादमी दिल्ली ਵੱਲੋਂ बाल काव्य पुस्तक बुझो बच्चो मैं हाँ कौन ਨੂੰ 50,000 ਰੁਪਏ ਦਾ ਸਰਵੋਤਮ ਬਾਲ ਸਾਹਿਤ ਪੁਰਸਕਾਰ ਸੰਨ 2011, ਕੇਵਲ ਵਿਗ ਫਾਊਂਡੇਸ਼ਨ ਜਲੰਧਰ ਵੱਲੋਂ ਕੇਵਲ ਵਿਗ ਅਵਾਰਡ 2011, उत्तराखंड बाल साहित्य अकादमी हरिद्वार ਵੱਲੋਂ सन्मान, बाल कल्याण ਅਤੇ बाल साहित्य शोध केंद्र भोपाल ਵੱਲੋਂ सन्मान, BS रतन परिवार पटियाला ਵੱਲੋਂ सन्मान, नटाश नैशनल थिएटर आर्ट्स सोसाइटी पटियाला ਵੱਲੋਂ सन्मान, हिंदी भाषा परिषद पटियाला ਵੱਲੋਂ सन्मान, एसोसिएशन फॉर राइट्स एंड इलिटरेट्स फॉर चिल्ड्रन ਵੱਲੋਂ 2014 ਵਿੱਚ ਸਨਮਾਨ, ਕੇਂਦਰੀ ਹਿੰਦੀ ਨਿਦੇਸ਼ਾਲਿਆ ਨਵੀਂ ਦਿੱਲੀ ਵੱਲੋਂ ਚੇਨਈ ਵਿਖੇ ਬਾਲ ਸਾਹਿਤ ਸਨਮਾਨ 2014, ਬਾਲ ਵਾਟਿਕਾ ਭੀਲਵਾੜਾ ਵੱਲੋਂ ਭੀਲਵਾੜਾ ਵਿਖੇ ਬਾਲ ਕਹਾਣੀ ਖੇਤਰ ਵਿੱਚ ਪਾਏ ਯੋਗਦਾਨ ਲਈ ਨੈਸ਼ਨਲ ਬਾਲ ਸਾਹਿਤ ਸਨਮਾਨ 2014 ਜਿਹੇ ਵਿਕਾਰੀ ਸਨਮਾਨ ਡਾਕਟਰ ਆਸ਼ਟ ਦੀ ਝੋਲੀ ਵਿੱਚ ਪਾਏ ਹਨ। ਡਾਕਟਰ ਦਰਸ਼ਨ ਸਿੰਘ ਆਸ਼ਟ ਬੜੇ ਧੀਰਜ ਅਤੇ ਸੁਚੇਤ ਤੌਰ ਤੇ ਬਾਲ ਸਾਹਿਤ ਨਾਲ ਜੁੜਿਆ ਹੋਇਆ ਪੰਜਾਬੀ ਬਾਲ ਸਾਹਿਤ ਦਾ ਹਾਸਲ ਹੈ। ਉਹ ਨਿਰੰਤਰ ਆਪਣੇ ਕਾਰਜ ਵਿੱਚ ਮਸ਼ਰੂਫ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਪੰਜਾਬੀ ਬਾਲ ਸਾਹਿਤ ਦਾ ਸਾਡਾ ਇਹ ਸਾਹਿਤਕਾਰ ਨਵੀਆਂ ਬੁਲੰਦੀਆਂ ਨੂੰ ਛੂਹੇ। ਅਸੀਂ ਉਸ ਦੀ ਲੰਬੀ ਉਮਰ ਤੇ ਹੋਰ ਸਾਹਿਤ ਰਚਨ ਦੀ ਕਾਮਨਾ ਕਰਦੇ ਹਾਂ। Subscribe now and press the bell icon. Never miss an update.